पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आद गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਕਬੂਲ ਕਰੋ ਫਤਿਹ ਸਰਬਜੀਤ ਸਿੰਘ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਹਰ ਵਾਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਾਂਦੇ ਹਾਂ ਤੇ ਅੱਜ ਵੀ ਜਾਵਾਂਗੇ। ਅੱਜ ਐਤਵਾਰ ਦਾ ਦਿਨ ਹੈ 12 ਭਾਦੋਂ ਸੰਮਤ 554 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 28 ਅਗਸਤ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। सच्ची बानी
सतगुरु के प्यारे हो, अब सिख सतगुरु के प्यारे हो। देवो अंगत सदा रहो हर रंग, जपयो सारंग पानी। देवो अंगत सदा रहो हर रंग, जपयो सारंग पानी। कहे नानक सदा गावो ए सच्ची बानी। कहे नानक सदा गावो, कहे नानक सदा गावो। ए हो सच्ची बाणी, ए हो सच्ची बाणी, ए हो सच्ची बाणी। कहे नानक सदा गावो ए सच्ची बाणी। कहे नानक सदा गावो, सदा गावो, सदा गावो। कहे नानक सदा गावो, गावो। कहे नानक सदा गावो, ए हो सच्ची बानी, बानी, बानी। हमारी प्यारी अमृत थारी, हमारी प्यारी अमृत थारी। गोल निमक नमन ते तारी रे, दर्शन परसन हरसन सरसन। रंग रती कर तारी रे, दर्शन परसन सरसन हरसन। रंग रती कर तारी रे, कहे नानक सदा गावो, सदा गावो, सदा गावो। कहे नानक सदा गावो ए सच्ची बानी। गावो सच्ची बानी, 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 गावो सच्ची बानी। अब सिख सतगुरु के प्यारे हो, अब सिख सतगुरु के प्यारे हो। गावो सच्ची बानी, बानी, सच्ची बानी। गावो सच्ची बानी, बानी। गावो सच्ची बानी, गावो सच्ची बानी, गावो सच्ची बानी।
सिख सतगुरु के प्यारियो, अब सिख सतगुरु के प्यारियो, अब सिख सतगुरु के प्यारियो। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਨਾਵਾ, ਹਰ ਜੂ ਰਾਖ ਲੈ ਹੋ ਪਤ ਮੇਰੀ, ਜਾਮ ਕੋ ਤਰਾਸ ਭਇਓ ਔਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ, ਹਰ ਜੂ ਰਾਖ ਲੈ ਹੋ ਪਤ ਮੇਰੀ, ਜਾਮ ਕੋ ਤਰਾਸ ਭਇਓ ਔਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ, ਰਹਾਉ ਮਹਾਪਤਿਤ ਮੁਗਧ ਲੋਭੀ, ਹੋਨ ਕਰਤ ਪਾਪ ਅਵਹਾਰਾ, ਪੈ ਮਰਵੇ ਕੋ ਬਿਸਰਤ ਨਾਹਿਨ, ਤੇ ਚਿੰਤਾ ਤਨ ਜਾਰਾ, ਕੀਏ ਉਪਾਵ ਮੁਕਤ ਕੇ ਕਾਰਨ, ਦਹ ਦਿਸ ਕਉ ਉਠ ਧਾਇਆ, ਕਾਟ ਹੀ ਪੀਤਰ ਬਸੈ ਨਿਰੰਜਨ, ਤਾਕੋ ਮਰਮ ਨ ਪਾਇਆ, ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ, ਅਪੈ ਦਾਨ ਪ੍ਰਭ ਦੀਜੈ, ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ, ਆਪੈ ਦਾਨ ਪ੍ਰਭ ਦੀਜੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੈਤ ਸਰੀ ਮਹੱਲਾ ਨਾਵਾ। ਹਰ ਜੋ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ। ਸਰਨ ਗਹੀ ਕਿਰਪਾ ਨਿਧ ਤੇਰੀ। ਹੁਣੇ ਅਸੀਂ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਅੱਜ ਦਾ ਹੁਕਮਨਾਮਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਰਾਗ ਜੈਤਸਰੀ ਦੇ ਵਿੱਚ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 703 ਅੰਗ ਤੇ ਸ਼ਿਸ਼ੋਭਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਜੈਤਸਰੀ ਮਹੱਲਾ 9ਵਾਂ। ਹੇ ਪ੍ਰਭੂ ਜੀ, ਮੇਰੀ ਇੱਜ਼ਤ ਰੱਖ ਲਵੋ। ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ। ਇਸ ਤੋਂ ਬਚਣ ਲਈ ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਮੈਂ ਤੇਰਾ ਆਸਰਾ ਲਿਆ ਹੈ। ਰਹਾਓ। ਹੇ ਪ੍ਰਭੂ, ਮੈਂ ਵੱਡਾ ਬੇਕਾਰੀ ਹਾਂ, ਮੂਰਖ ਹਾਂ, ਲਾਲਚੀ ਵੀ ਹਾਂ। ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ। ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ। ਹੇ ਭਾਈ, ਮੌਤ ਦੇ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਕਈ ਹੀਲੇ ਕੀਤੇ ਨੇ। ਦਸੀਂ ਪਾਸੀਂ ਉੱਠ ਦੌੜ ਗਿਆ ਹਾਂ। ਮਾਇਆ ਦੇ ਮੋਹ ਤੋਂ ਨਿਰਲੇਪ ਪਰਮਾਤਮਾ ਹਿਰਦੇ ਦੇ ਵਿੱਚ ਹੀ ਵਸਦਾ ਹੈ। ਉਸ ਦਾ ਭੇਤ ਮੈਂ ਨਹੀਂ ਸਮਝਿਆ। ਹੇ ਨਾਨਕ, ਆਖ ਪਰਮਾਤਮਾ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਗੁਣ ਨਹੀਂ, ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਿਮ ਤੋਂ ਬਚਾ ਲਏ। ਫਿਰ ਹੁਣ ਕਿਹੜਾ ਕੰਮ ਕੀਤਾ ਜਾਏ। ਹੇ ਪ੍ਰਭੂ, ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸ਼ਰਨ ਆ ਪਿਆ ਹਾਂ। ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਅੱਜ ਜੋ ਸਾਸੰਗ ਹੈ ਜੀ, ਮੁਕਤਸਰ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੂੰ ਇਹ ਸ਼ਬਦ ਯਾਦ ਹੈ ਉਹ ਕਿਰਪਾ ਕਰਕੇ ਉੱਚੀ ਉੱਚੀ ਬੋਲਿਓ। ਜਿਨ੍ਹਾਂ ਨੂੰ ਨਹੀਂ ਯਾਦ ਹੈ ਉਹ ਕਮ ਸੇ ਕਮ ਦੂਜੀ ਵਾਰੀ ਸੁਣ ਕੇ ਹੌਲੀ ਹੌਲੀ ਬੋਲੋ ਜ਼ਰੂਰ, ਕਿਉਂਕਿ ਭਾਵੇਂ ਕੋਈ ਦੇਵਤਾ ਹੋਇਆ ਹੈ, ਭਾਵੇਂ ਕੋਈ ਗੁਰੂ ਸਾਹਿਬਾਨ ਵਿੱਚੋਂ ਹੋਇਆ, ਉਹ ਹਰ ਵੇਲੇ ਅਰਦਾਸ ਵਿੱਚ ਰਹਿੰਦੇ ਸਨ। ਹਰ ਵੇਲੇ ਮੈਨੂੰ ਇੱਕ ਬਾਤ ਯਾਦ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਆਉਂਦੀ ਹੈ ਕਿ ਸਤਿਗੁਰੂ ਜਦੋਂ ਵੀ ਘੋੜੇ ਤੇ ਚੜ੍ਹਦੇ ਨਾ, ਰਕਾਬ ਵਿੱਚ ਦਾਬ ਦਿੰਦੇ ਹਾਲੇ ਚੜ੍ਹਨ ਵਾਸਤੇ, ਤੇ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਿਤਾ ਚੜ੍ਹਦੇ ਦੀ ਲਾਜ ਰੱਖਣੀ। ਅਕਾਲ ਪੁਰਖ ਅੰਤਜਾਮੀ ਬਾਪ ਪਿਤਾ ਚੜ੍ਹਦੇ ਦੀ ਲਾਜ ਰੱਖਣੀ। ਤੇ ਜੇ ਗੁਰੂ ਸਾਹਿਬਾਨ ਇੱਦਾਂ ਕਹਿ ਸਕਦੇ ਆ ਤੇ ਸਾਨੂੰ ਵੀ ਇਹ ਕਹਿਣਾ ਚਾਹੀਦਾ, ਪਰਮਾਤਮਾ ਤੇਗ ਬਹਾਦਰ ਸਤਿਗੁਰੂ ਸਾਡੀ ਵੀ ਹਰ ਕਦਮ ਤੇ ਰੱਖਿਆ ਰਿਆਇਤ ਕਰਨੀ। ਤੋ ਤੁਕ ਹੈ ਜੀ ਹਰ ਜੋ ਰਾਖ ਲਿਓ ਪਤ ਮੇਰੀ, ਹਰ ਜੋ ਰਾਖ ਲਿਓ ਪਤ ਮੇਰੀ, ਰਾਖ ਲਿਓ ਪਤ ਮੇਰੀ, ਹਰ ਜੋ
बिसरत नाहिन है मरवे को बिसरत नाहिन तेह चिंता तन जारा तेह चिंता तन जारा हर जू राख ले हो मत मेरी हर जू राख ले हो मत मेरी चमको त्रास पयो मोर अंदर चमको त्रास पयो मोर अंदर शरण कही कृपा नित तेरी राख ले हो पत मेरी हर जू राख ले हो पत मेरी किए हो पाव मुकत के कारण किए हो पाव मुकत के कारण तह जिसको उठताया कट ही भीतर बसै निरंजन कट ही भीतर बसै निरंजन ताको मरम न पाया ताको मरम न पाया मर जू राख ले हो पत मेरी हर जू राख ले हो पत मेरी चमको त्रास पयो मोर अंतर चमको त्रास पयो मोर अंतर शरण कही कृपा नित तेरी राख ले हो पत मेरी हर जू राख ले हो पत मेरी नाहिन गुण नाहिन कछ जप तप नाहिन गुण नाहिन कछ जप तप कौन कर्म अब कीजै नाहिन गुण नाहिन कछ जप तप कौन कर्म अब कीजै नानक हार परयो शरणागत नानक हार परयो शरणागत अभय दान प्रभ दीजै अभय दान प्रभ दीजै हर जू राख ले हो पत मेरी हर जू राख ले हो पत मेरी चमको त्रास पयो मोर अंतर चमको त्रास पयो मोर
ਹਾਂਜੀ, ਇਹ ਸਨ ਭਾਈ ਅਮਰੀਕ ਸਿੰਘ ਜੀ ਜ਼ਖਮੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਜੈਤਸਰੀ 9th ਮਹਿਲ। O dear Lord, please save my honor. The fear of death has entered my heart. I cling to the protection of your sanctuary, O Lord, ocean of mercy. Pause. I am a great sinner, foolish and greedy, but now at last I have grown weary of committing sins. I cannot forget the fear of dying. This anxiety is consuming my body. I have been trying to liberate myself, running around in the 10 directions. The pure, immaculate Lord abides deep within my heart, but I do not understand the secret of his mystery. I have no merit, and I know nothing about meditation or austerities. What should I do now? O Nanak, I am exhausted. I seek the shelter of your sanctuary, O God. Please bless me with the gift of fearlessness. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਅੱਜ ਦਾ ਹੁਕਮਨਾਮਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਜੈਤਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਬਹੁਤ ਹੀ ਸੌਖੇ ਅੱਖਰਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਕਿਵੇਂ ਸਤਿਗੁਰੂ ਜੀ ਬੇਨਤੀ ਕਰਦੇ ਨੇ ਉਸ ਪ੍ਰਮਾਤਮਾ ਨੂੰ ਕਿ ਮੇਰੀ ਲਾਜ ਰੱਖੋ, ਪਤ ਰੱਖੋ। ਤੇ ਅੱਗੇ ਕਹਿੰਦੇ ਨੇ ਕਿ ਜਮ ਕੋ ਤਰਾਸ ਭਇਓ ਉਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ। ਤੇ ਸਤਿਗੁਰੂ ਜੀ ਦੱਸਦੇ ਨੇ ਕਿ ਜਮਾਂ ਦਾ ਤਰਾਸ ਜਿਹੜਾ ਹੈ ਉਹਦਾ ਜਿਹੜਾ ਹੈ ਡਰ ਜਿਹੜਾ ਹੈ ਅੰਦਰ ਹੈ। ਤੇ ਅੱਗੇ ਜਾ ਕੇ ਸਤਿਗੁਰੂ ਜੀ ਅਗਲੀ ਜਿਹੜੀਆਂ ਪੰਗਤੀਆਂ ਨੇ ਉਹਨਾਂ ਦੇ ਵਿੱਚ ਆਉਂਦਾ ਹੈ, ਭੈ ਮਰਵੇ ਕੋ ਬਿਸਰਤ ਨਾਹਿਨ, ਤਹਿ ਚਿੰਤਾ ਤਨ ਜਾਰਾ। ਤੇ ਅਸੀਂ ਜਿਹੜੀ ਪੰਜਾਬੀ ਵਿਆਖਿਆ ਦੇਖੀ ਹੈ ਉਹਦੇ ਵਿੱਚ ਜਮ ਦਾ ਜਿਹੜਾ ਹੈ ਨਾਂ ਨਹੀਂ ਆਇਆ, ਸ਼ਾਇਦ ਇਸ ਕਰਕੇ ਕਿ ਕਈ ਵਿਦਵਾਨ ਜਿਹੜੇ ਨੇ ਉਹ ਜਮ ਦੀ ਹੋਂਦ ਨੂੰ ਮੰਨਦੇ ਨਹੀਂ। ਪਰ ਇਹ ਜਿਹੜੀਆਂ ਦੋ ਪੰਗਤੀਆਂ ਨੇ ਜਿਨ੍ਹਾਂ ਦੇ ਵਿੱਚ ਸਤਿਗੁਰੂ ਜੀ ਨੇ ਵੱਖਰੇ ਤੌਰ ਤੇ ਪਹਿਲੇ ਜਮ ਕੋ ਤਰਾਸ ਭਇਓ ਉਰੇ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ। ਰਹਾਓ ਮਹਾਪਤਿਤ ਮੁਗਧ ਲੋਭੀ ਫੁਨ, ਕਰਤ ਪਾਪ ਅਬਹਾਰਾ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਭੈ ਮਰਬੇ ਕੋ ਬਿਸਰਤ ਨਾਹਿਨ, ਤਹਿ ਚਿੰਤਾ ਤਨ ਜਾਰਾ। ਸਤਿਗੁਰੂ ਜੀ ਪਹਿਲੇ ਵੀ ਮਰਨ ਦਾ ਜਿਹੜਾ ਹੈ ਭਉ ਡਰ ਹੈ ਉਹਦੇ ਬਾਰੇ ਕਹਿ ਸਕਦੇ ਸਨ। ਜਮ ਜਿਹੜਾ ਹੈ ਸਤਿਗੁਰੂ ਜੀ ਨੇ ਜਿਹੜਾ ਸ਼ਬਦ ਯੂਜ਼ ਕੀਤਾ ਹੈ, ਵਰਤਿਆ ਹੈ। ਤੇ ਕਈ ਵਾਰੀ ਜਿਹੜੇ ਸਾਡੇ ਇਹਨਾਂ ਦੀ ਟਰਾਂਸਲੇਸ਼ਨ ਕਰਦੇ ਨੇ, ਵਿਆਖਿਆ ਕਰਦੇ ਨੇ, ਜੇ ਅਗਰ ਉਹ ਜਮ ਦੀ ਹੋਂਦ ਨੂੰ ਨਹੀਂ ਮੰਨਦੇ ਤੇ ਫਿਰ ਉਹ ਉਸ ਨੂੰ ਜਿਹੜਾ ਹੈ ਮੌਤ ਦਾ ਡਰ ਜਿਹੜਾ ਹੈ ਉਹਦੇ ਵਿੱਚ ਹੀ ਕਰ ਦਿੰਦੇ ਨੇ। ਜਿਹੜਾ ਆਮ ਸਮਝ ਦੇ ਵਿੱਚ ਹੈ ਜਮ ਜਿਹੜਾ ਹੈ ਉਹ ਮੌਤ ਦਾ ਕਾਰਨ ਬਣਦਾ ਹੈ, ਜਮ ਨੂੰ ਉਹਨੂੰ ਅੰਜਾਮ ਦਿੰਦਾ ਹੈ। ਤੇ ਮੌਤ ਜਿਹੜੀ ਹੈ ਉਹ ਇੱਕ ਕਿਸਮ ਦਾ ਇੱਕ ਘਟਨਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਜਿਹੜੇ ਹੈ ਕੁਝ ਕੁ ਜਿਹੜੀਆਂ ਵਿਚਾਰਾਂ ਹੈ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ, ਕਿਉਂਕਿ ਜਿਹੜਾ ਸ਼ਬਦ ਬਾਰ-ਬਾਰ ਗੁਰਬਾਣੀ ਦੇ ਵਿੱਚ ਆਵੇ ਕਦੀ ਐਸਾ ਨਹੀਂ ਹੋ ਸਕਦਾ ਕਿ ਉਹਦੀ ਹੋਂਦ ਹੀ ਨਾ ਹੋਵੇ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ, ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ।
दास तेरे की बेनती रिद कर परगास। तुमरी कृपा ते पार ब्रह्म, तुमरी कृपा ते पार ब्रह्म दुखन को नास। दास तेरे की बेनती रिद कर परगास। दास तेरे की बेनती रिद कर परगास। चरण कमल का आसरा प्रभु पुरख गुणतास। चरण कमल का आसरा प्रभु पुरख गुणतास। कीर्तन नाम सिमरत रहो जब लग कट सास। दास तेरे की बेनती रिद कर परगास। दास तेरे की बेनती रिद कर परगास। तुमरी कृपा ते पार ब्रह्म, तुमरी कृपा ते पार ब्रह्म दोखन को नास। दास तेरे की बेनती रिद कर परगास। दास तेरे की बेनती रिद कर परगास। मात पिता बंधप तू है, मात पिता बंधप तू है, तू सर्व निवास। मात पिता बंधप तू है, तू सर्व निवास। नानक प्रभु शरणागति जाको निर्मल जास। दास तेरे की बेनती रिद कर परगास। दास तेरे की बेनती रिद कर परगास। तुमरी कृपा ते पार ब्रह्म, तुमरी कृपा ते पार ब्रह्म दोखन को नास। दास तेरे की बेनती रिद कर परगास। दास तेरे की बेनती रिद कर परगास। मात पिता बंधप तू है, तू सर्व निवास। मात पिता बंधप तू है, तू सर्व निवास। नानक प्रभु शरणागति जाको निर्मल जास। दास तेरे की बेनती रिद कर परगास। दास तेरे की बेनती रिद कर परगास। तुमरी कृपा ते पार ब्रह्म, तुमरी कृपा ते पार ब्रह्म दोखन को नास। दास तेरे की बेनती रिद कर परगास। दास तेरे की बेनती रिद कर परगास। दास तेरे
ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਵਾਸ ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਵਾਸ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ ਤੇ 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ ਕਿ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਅਸੀਂ ਲੜੀਵਾਰ ਵਿਚਾਰਾਂ ਜਿਹੜੀਆਂ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਇਹ ਜਿਹੜਾ ਅਗਲਾ ਸ਼ਬਦ ਹੈ ਜਿਸ ਨੂੰ ਗਾਇਨ ਕੀਤਾ ਹੈ ਭਾਈ ਓਂਕਾਰ ਸਿੰਘ ਜੀ ਨੇ ਤੇ ਉਹਨਾਂ ਦੇ ਜਥੇ ਨੇ, ਉਸ ਤੋਂ ਬਾਅਦ ਅਸੀਂ ਅੱਜ ਦੀਆਂ ਵਿਚਾਰਾਂ ਜਿਹੜੀਆਂ ਨੇ ਸ਼ੁਰੂ ਕਰਾਂਗੇ। ਜਿਹੜੀਆਂ ਲੜੀ ਹੈ ਉਹ ਹੈ ਗੁਰਮੁਖ ਸਿੱਖਿਆ ਜਿਹੜੀ ਕਿਤਾਬ, ਜਿਹਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੇ ਜਿਹੜੇ ਪ੍ਰਵਚਨ ਨੇ, ਉਹਨਾਂ ਦੇ ਜਿਹੜੇ ਸੰਗੀ ਸਨ ਉਹਨਾਂ ਵੱਲੋਂ ਜਿਹੜੇ ਰਿਕਾਰਡ ਕੀਤੇ ਗਏ, ਦਰਜ ਕੀਤੇ ਗਏ ਤੇ ਉਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਪ੍ਰਵਚਨਾਂ ਨੂੰ ਕਿਤਾਬ ਦੇ ਰੂਪ ਦੇ ਵਿੱਚ ਛਾਪਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੇ ਉਹਨਾਂ ਦੀ ਦਿੱਤੀ ਜਿਹੜੀ ਹੈ, ਜਿਹੜੀ ਸਾਨੂੰ ਸਲਾਹ ਹੈ ਜਾਂ ਸਿੱਖਿਆ ਹੈ, ਉਹਦਾ ਸਾਨੂੰ ਫਾਇਦਾ ਹੋ ਸਕੇ ਤੇ ਅਸੀਂ ਲੜੀਵਾਰ ਇਹ ਜਿਹੜੇ ਨੇ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਹਾਂ ਪਿਛਲੇ 6-7 ਹਫ਼ਤਿਆਂ ਤੋਂ ਤੇ ਅੱਜ ਵੀ ਇਸੇ ਲੜੀ ਨੂੰ ਅੱਗੇ ਵਧਾਵਾਂਗੇ। ਪਰ ਆਓ ਉਸ ਤੋਂ ਪਹਿਲਾਂ ਇੱਕ ਸ਼ਬਦ ਸਰਵਨ ਕਰਦੇ ਹਾਂ। ਤੁਮ ਦਾਤੇ ठाकुर
जेहवा एक कवन गुण कहिए, एक कवन गुण कहिए। बेशुमार बेअंत स्वामी, तेरो अंत न के नहीं लहिए। बेशुमार बेअंत स्वामी, तेरो अंत न के नहीं लहिए। तुम दाते, तुम दाते, तुम दाते, तुम दाते, ठाकुर प्रतिपालक, नायक खसम हमारे। नायक खसम हमारे। तुम दाते, तुम दाते, तुम दाते, तुम दाते। कोट पराध हमारे खंडों, अनक विधि समझाओ। कोट पराध हमारे खंडों, अनक विधि समझाओ। हमें अज्ञान अलप मत तोरी, हमें अज्ञान अलप मत तोरी। तुम आपन बिरद रखाओ, तुम आपन बिरद रखाओ। तुमरी शरण तुम्हारी आशा, तुम ही सजन सुहेले। तुमरी शरण तुम्हारी आशा, तुम ही सजन सुहेले। राखो राखन हार दयाला, नानक कर के गोले। राखो राखन हार दयाला, नानक कर के गोले। तुम दाते, तुम दाते, तुम दाते, तुम दाते, ठाकुर प्रतिपालक, नायक खसम हमारे। नायक खसम हमारे। तुम दाते, तुम दाते, तुम दाते, तुम दाते। दाता दाता एक है, दाता दाता एक है, सबको देवनहार। सबको देवनहार, देंदे टोट न आवै। अगणित परे पंडा, अगणित परे पंडा। तुम दाते,
ਸਨ ਭਾਈ ਓਂਕਾਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ, ਜਿਹੜੀਆਂ ਲੜੀਵਾਰ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਅਗਲੀ ਵਿਚਾਰ ਹੈ 16 ਅਪ੍ਰੈਲ 1952 ਦੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦੱਸਿਆ ਕਿ ਦਵਾਈ ਵੀ ਇੱਕ ਕਿਸਮ ਦੀ ਸਿੱਧੀ ਹੈ। ਜੇ ਡਾਕਟਰ ਵਿੱਚ ਸੈਲਫ ਕੌਨਫੀਡੈਂਸ ਭਾਵ ਕਿ ਸਵੈ ਵਿਸ਼ਵਾਸ ਹੋਵੇ ਤਾਂ ਉਹ ਜ਼ਿਆਦਾ ਸੋਹਣਾ ਕੰਮ ਕਰਦਾ ਹੈ। ਹੰਕਾਰ ਹੋ ਜਾਵੇ ਤਾਂ ਡਿੱਗ ਪੈਂਦਾ ਹੈ। ਨਾਮੀ ਪੁਰਖ ਦੀ ਅਰਦਾਸ ਦੇ ਵਿੱਚ ਸ਼ਕਤੀ ਆ ਜਾਂਦੀ ਹੈ। ਇਸ ਨੂੰ ਜਰਨਾ ਹੈ, ਅਸਾਂ ਸੇਵਾ ਕਰਨੀ ਹੈ, ਇਸ ਖਿਆਲ ਨਾਲ ਕਿ ਪਤਾ ਨਹੀਂ ਸਾਡੀ ਕਿਸ ਸੇਵਾ ਤੇ ਵਾਹਿਗੁਰੂ ਜੀ ਰੀਝ ਪੈਣ ਤੇ ਬਖਸ਼ਿਸ਼ ਕਰ ਦੇਣ। 10 ਮਈ 1952। ਰੋਸ਼ਨੀਆਂ ਦੇਖਣੀਆਂ, ਸ਼ਬਦ ਸੁਣਨੇ ਤੇ ਹੋਰ ਵਿਜ਼ਨ ਦੇਖਣੇ ਇਹ ਪਰਮਾਰਥ ਨਹੀਂ। ਇਹ ਸਿਰਫ ਅਭਿਆਸੀ ਨੂੰ ਮੂਰਛਿਤ ਕਰਕੇ ਆਪਣੇ ਪਿੱਛੇ ਲਾਇਆ ਜਾਂਦਾ ਹੈ ਤੇ ਜਿਸ ਤਰ੍ਹਾਂ ਦਾ ਸੁਜੈਸ਼ਨ ਭਾਵ ਖਿਆਲ ਦਿੱਤਾ ਜਾਂਦਾ ਹੈ ਉਹ ਕਰਨ ਵਾਲਾ ਉਸੇ ਤਰ੍ਹਾਂ ਦਾ ਵੇਖਦਾ ਹੈ ਤੇ ਸੁਣਦਾ ਹੈ। ਜਦ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਵਾਹਿਗੁਰੂ ਸੁਣਦਾ ਹੈ। ਇਨਫੈਕਟ ਭਾਵ ਕਿ ਅਸਲ ਵਿੱਚ ਸਾਡੇ ਤਨ ਦੇ ਵਿੱਚ ਬੈਠ ਕੇ ਉਹ ਆਪ ਨਾਮ ਸਿਮਰਨ ਕਰਵਾਉਂਦਾ ਹੈ। ਸਤਿਗੁਰੂ ਨਾਨਕ ਜੀ ਜਦ ਤੇਰਾ ਤੇਰਾ ਕਹਿੰਦੇ ਸਨ ਤਾਂ ਵਾਹਿਗੁਰੂ ਜੀ ਅੱਗੋਂ ਉੱਤਰ ਦਿੰਦੇ ਸਨ, ਤੂੰ ਮੇਰਾ, ਤੂੰ ਮੇਰਾ। ਸਿਮਰਨ ਕਿਉਂਕਿ ਬਾਹਰ ਵਾਲਿਆਂ ਨੂੰ ਤਾਂ ਸਿਰਫ ਤੇਰਾ ਤੇਰਾ ਹੀ ਸੁਣਦਾ ਹੋਵੇਗਾ। ਇਹ ਤਾਂ ਸਤਿਗੁਰੂ ਜੀ ਜਾਣਦੇ ਨੇ ਕਿ ਉਹਨਾਂ ਨੂੰ ਉਹ ਵਾਹਿਗੁਰੂ ਜੀ ਇਹ ਕਹਿੰਦਾ ਹੋਵੇਗਾ, ਤੂੰ ਮੇਰਾ, ਤੂੰ ਮੇਰਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈ। ਸਿਮਰਨ ਦੇ ਮਾਰਗ ਦੇ ਵਿੱਚ ਤਰੱਕੀ ਦੀ ਨਿਸ਼ਾਨੀ ਇਹ ਹੈ ਕਿ ਹਿਰਦੇ ਦੇ ਵਿੱਚ ਇੱਕ ਪੁਆਇੰਟ ਤੇ ਠੰਡ ਮਾਲੂਮ ਹੋਵੇ। ਇੱਕ ਵਾਰ ਵਾਹਿਗੁਰੂ ਕਹਿ ਕੇ ਫਿਰ ਦੂਸਰੀ ਵਾਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਤੇ ਕਾਮ, ਕ੍ਰੋਧ, ਲੋਭ, ਮੋਹ ਆਦਿ ਜੋ ਦੁਖਦਾਈ ਵਿਕਾਰ ਹਨ ਦਿਨ ਬ ਦਿਨ ਘਟਦੇ ਜਾਣ, ਇਹ ਨਿਸ਼ਾਨੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਸੁਖਮਨੀ ਸਾਹਿਬ। 4 ਜਨਵਰੀ 1953। ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਟੋਡੀ ਮਹੱਲਾ ਚੌਥਾ। ਜੇ ਪੈਰਿਸ਼ੇਬਲ ਭਾਵ ਕਿ ਬਿਨਸਨਹਾਰ ਚੀਜ਼ਾਂ ਦੇ ਨਾਲ ਨੇ ਪਿਆਰ ਲਾਵੋਗੇ ਤਾਂ ਜਦ ਉਹ ਵਿਨਸਣਗੀਆਂ ਭਾਵ ਕਿ ਉਹ ਚਲੇ ਜਾਣਗੀਆਂ ਤਾਂ ਦੁੱਖ ਹੋਵੇਗਾ। ਵਾਹਿਗੁਰੂ ਅਵਿਨਾਸੀ ਹੈ, ਉਹ ਸਦਾ ਰਹਿਣ ਵਾਲਾ ਹੈ, ਉਹਦਾ ਨਾਸ਼ ਨਹੀਂ ਹੋ ਸਕਦਾ। ਉਸ ਨਾਲ ਪਿਆਰ ਪਾਉਣ ਦੇ ਨਾਲ ਸਦਾ ਸੁੱਖ ਮਿਲੇਗਾ। ਵਾਹਿਗੁਰੂ ਦੀ ਕੋਈ ਸ਼ਕਲ ਜਾਂ ਆਕਾਰ ਨਹੀਂ, ਉਸ ਨਾਲ ਕਿਵੇਂ ਪਿਆਰ ਪਵੇ। ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸ ਨਾਲ ਪਿਆਰ ਕਰਨਾ ਹੈ। ਵਾਹਿਗੁਰੂ ਦਾ ਸਿਮਰਨ ਹੀ ਵਾਹਿਗੁਰੂ ਹੈ। ਇਸ ਯਾਦ ਦੇ ਵਿੱਚ ਕਦੇ ਰਸ ਆ ਜਾਂਦਾ ਹੈ, ਪਰ ਸਿਮਰਨ ਹਮੇਸ਼ਾ ਜਾਰੀ ਰੱਖਣਾ, ਚਾਹੇ ਸਵਾਦ ਆਵੇ ਚਾਹੇ ਨਾ। ਜੇ ਕਦੀ ਬਿਜਲੀ ਦੀ ਬੱਤੀ ਮੀਨਸ ਦੇ ਨਾਲ ਭਾਵ ਕਿ ਕਰੰਟ ਦੀ ਤਾਰ ਦੇ ਨਾਲੋਂ ਕੱਟ ਆਫ ਹੋ ਜਾਵੇ ਤਾਂ ਬਿਜਲੀ ਦੀ ਰੋਸ਼ਨੀ ਨਹੀਂ ਆਵੇਗੀ, ਪਰ ਜੇ ਕਨੈਕਸ਼ਨ ਕਾਇਮ ਰੱਖੀਏ ਤਾਂ ਰੋਸ਼ਨੀ ਆਉਂਦੀ ਰਹਿੰਦੀ ਹੈ। ਜੇ ਕਨੈਕਸ਼ਨ ਨਾ ਵੀ ਰਵੇ ਤਾਂ ਬਿਜਲੀ ਨੇ, ਜੇ ਕਨੈਕਸ਼ਨ ਹੀ ਨਾ ਰਵੇ ਤਾਂ ਬਿਜਲੀ ਨੇ ਕਿਵੇਂ ਆਉਣਾ ਹੋਇਆ। ਸਿਮਰਨ ਦੇ ਨਾਲ ਸਾਡਾ ਵਾਹਿਗੁਰੂ ਦੇ ਨਾਲ ਕਨੈਕਸ਼ਨ ਕਾਇਮ ਰਹਿੰਦਾ ਹੈ। ਸੋ ਬਹੁਤ ਵੱਡਾ ਨੁਕਤਾ ਸਾਨੂੰ ਭਾਈ ਸਾਹਿਬ ਨੇ ਇੱਥੇ ਸਮਝਾਇਆ ਹੈ ਕਿ ਜਿਵੇਂ ਕਿ ਸਾਡੇ ਖਾਸ ਕਰਕੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕਦੀ ਬਿਜਲੀ ਆ ਜਾਂਦੀ, ਕਦੀ ਚਲੇ ਜਾਂਦੀ ਹੈ, ਤੇ ਜਦੋਂ ਪਿੱਛੋਂ ਬਿਜਲੀ ਆਵੇਗੀ, ਜਦੋਂ ਪਰਮਾਤਮਾ ਸਾਡੇ ਤੇ ਰਹਿਮਤ ਕਰੇਗਾ, ਜਦੋਂ ਅਸੀਂ ਸਿਮਰਨ ਦੇ ਨਾਲ ਉਹਦੇ ਨਾਲ ਜੁੜੇ ਹੋਏ ਹੋਵਾਂਗੇ ਤਦ ਹੀ ਸਾਡੇ ਤੇ ਰਹਿਮਤ ਕਰੇਗਾ ਤੇ ਸਾਡੀ ਜਿਹੜਾ ਹੈ ਬਲਬ ਜਿਵੇਂ ਜਗਦਾ ਹੈ ਇਸੇ ਤਰ੍ਹਾਂ ਸਾਡਾ ਕਲਿਆਣ ਹੋਈਏਗਾ। ਅੱਗੇ ਦੱਸਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਮਤ ਨਹੀਂ ਕਿ ਅਸੀਂ ਆਤਮਾ ਦੇ ਵਿੱਚ ਸੁਰਤ ਲਾ ਕੇ ਸਮਾਧੀ ਲਾਈ ਰੱਖੀਏ, ਨਾ ਹੀ ਇਹ ਕਿ ਆਤਮਾ ਨੂੰ ਭੁਲਾ ਕੇ ਭੋਗਾਂ ਦੇ ਜ਼ੋਰ ਜ਼ਬਰ ਦਾ ਜੀਵਨ ਬਿਤਾਈਏ।
ਮੱਛੀ ਜਿਸ ਤਰ੍ਹਾਂ ਪਾਣੀ ਵਿੱਚ ਸਹਿਜੇ ਹੀ ਰਹਿੰਦੀ ਹੈ, ਇਸੇ ਤਰ੍ਹਾਂ ਅਸੀਂ ਵਾਹਿਗੁਰੂ ਜੀ ਦੀ ਪ੍ਰੈਜੈਂਸ ਭਾਵ ਕਿ ਹਜ਼ੂਰੀ ਦੇ ਵਿੱਚ ਕਾਰ ਵਿਹਾਰ ਸਦਾ ਕਰਦੇ ਰਹਿਣਾ ਹੈ। ਬ੍ਰਹਮ ਗਿਆਨੀ ਵਿੱਚ ਪਰਉਪਕਾਰ ਦਾ ਉਮਾਹ ਹੁੰਦਾ ਹੈ। ਸਾਈਂ ਦੀ ਪ੍ਰਾਪਤੀ ਹੋ ਜਾਣ ਦੇ ਬਾਅਦ ਵੀ ਦੇਹ ਤੋਂ ਕੋਈ ਕੰਮ ਲੈਣਾ ਹੈ ਨਾ, ਸੇਵਾ ਸਿਮਰਨ ਦੇ ਨਾਲ ਇਹ ਸਫਲ ਹੁੰਦੀ ਹੈ। ਬ੍ਰਹਮ ਗਿਆਨੀ ਮੁਕਤੀ ਵਾਸਤੇ ਸੇਵਾ ਨਹੀਂ ਕਰਦਾ, ਉਹ ਤਾਂ ਉਸ ਨੂੰ ਪ੍ਰਾਪਤ ਹੀ ਹੁੰਦੀ ਹੈ। ਉਹ ਸੇਵਾ ਦੇਹ ਨੂੰ ਸਫਲ ਕਰਨ ਵਾਸਤੇ ਕਰਦਾ ਹੈ। ਨਾਮ ਨਾਲ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਾਪਤੀ ਦੇ ਵਿੱਚ ਸੁਰਤ ਨੂੰ ਅਚਿਆਨ ਵਿੱਚ ਰੱਖਣਾ ਹੈ। ਨਾਮ ਬਾਝੋਂ ਵਡੱਪਣ ਸਿਰਫ ਹੰਕਾਰ ਹੈ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਅਗਲੇ ਵਾਕਿਆ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸਭ ਸਦਕਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ 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 ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ 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 ਤੇਰਾ ਸਭ ਸਦਕਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ 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 ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਵਾਹਿਗੁਰੂ 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 ਤੇਰਾ ਸਭ ਸਦਕਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ 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 ब्रह्मा विष्णु सिरे ते अगनत तिनको मोह पया मन मद का
ब्रह्मा विष्णु सिरते अगनत तिनको मोह पया मन मद का। वाह गुरु 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 तेरा सब सदका। वाह गुरु तेरा सब सदका। वाह गुरु 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 वाह गुरु। 84 लाख जोने उपाई रिज्क दिया सब को तदका। सेवक कहे भरपूर जुग जुग। वाह गुरु तेरा सब सदका। वाह गुरु 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 तेरा सब सदका। वाह गुरु तेरा सब सदका। वाह गुरु 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 वाह गुरु। ਹਾਂਜੀ, ਹੁਣ ਅਸੀਂ ਇਹ ਸ਼ਬਦ ਸਰਵਣ ਕੀਤਾ ਜਿਸ ਨੂੰ ਗਾਇਨ ਕੀਤਾ ਸੀ ਭਾਈ ਅਨੂਪ ਸਿੰਘ ਜੀ ਨੇ। ਤੇ ਆਓ ਵਿਚਾਰਾਂ ਨੂੰ ਅੱਗੇ ਵਧਾਉਂਦੇ ਹਾਂ। 9 ਜਨਵਰੀ 1953 ਸਿੱਖਾਂ ਦਾ ਧਰਮ ਇੰਡੀਵਿਜੂਅਲਿਸਟਿਕ ਭਾਵ ਕਿ ਵਿਅਕਤੀਗਤ ਨਹੀਂ ਭਾਈਚਾਰਕ ਹੈ। ਜੇ ਪਿੰਡ ਦੇ ਵਿੱਚ ਪਲੇਗ ਪਈ ਹੋਵੇ ਤਾਂ ਆਦਮੀ ਸਿਰਫ ਆਪਣੇ ਘਰ ਦੀ ਸਫਾਈ ਦੇ ਨਾਲ ਨਹੀਂ ਬਚ ਸਕਦਾ। ਸਾਰੇ ਪਿੰਡ ਤੇ ਮੁਹੱਲੇ ਦੀ ਸਫਾਈ ਦੀ ਲੋੜ ਹੈ। ਆਮ ਕਰਕੇ ਰੂਹ ਦਾ ਮਾਦੇ ਭਾਵ ਕਿ ਪ੍ਰਕਿਰਤੀ ਵੱਲ ਝੁਕਾਓ ਹੈ। ਇਸ ਨੂੰ ਉਧਰੋਂ ਹਟਾ ਕੇ ਆਤਮਾ ਵੱਲ ਲਾਉਣਾ ਹੈ। ਅਸਾਂ ਚੰਗੇ ਕੰਮ ਚੰਗੇ ਕਰਨੇ ਤੇ ਨਾਮ ਜਪਣਾ ਹੈ। ਚੰਗੇ ਕੰਮ ਸਾਨੂੰ ਲਾਹੇ ਵੱਲ ਜਾਂਦੇ ਨੇ ਤੇ ਬੁਰੇ ਕੰਮ ਟੋਟੇ ਵੱਲ। ਲਾਹੇ ਦੇ ਕੰਮਾਂ ਬਗੈਰ ਰੂਹ ਨੰਗੀ ਰਹਿੰਦੀ ਹੈ। ਸਤਿਗੁਰੂ ਜੀ ਆਸਾ ਦੀ ਵਾਰ ਦੇ ਵਿੱਚ ਫਰਮਾਉਂਦੇ ਨੇ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਦੇ ਨਾਲ ਮਾਰਨਾ ਨਹੀਂ ਸਿਖਾਇਆ, ਮਰਨਾ ਸਿਖਾਇਆ ਹੈ। ਪਾਕਿਸਤਾਨ ਵਿੱਚ ਸਾਡੀਆਂ ਭੈਣਾਂ ਕਿਤਨੀਆਂ ਹੀ ਆਪਣੇ ਆਪ ਨੂੰ ਖੂਹਾਂ ਵਿੱਚ ਸੁੱਟ ਕੇ ਮਰ ਗਈਆਂ, ਪਰ ਬੇਹਰਮਤੀ ਦੀ ਜ਼ਿੰਦਗੀ ਨਾ ਕਬੂਲੀ। ਇੱਧਰ ਮੁਸਲਮਾਨੀ ਔਰਤਾਂ ਇਸ ਤਰ੍ਹਾਂ ਕੋਈ ਨਹੀਂ ਸੀ ਮਰੀ, ਸਗੋਂ ਜਦੋਂ ਉਹਨਾਂ ਨੂੰ ਸਾਡੀ ਸਰਕਾਰ ਨੇ ਪਾਕਿਸਤਾਨ ਭੇਜਣਾ ਚਾਹਿਆ, ਜਿੱਥੇ ਉਹਨਾਂ ਦੇ ਘਰ ਵਾਲੇ ਚਲੇ ਗਏ ਸਨ, ਤਾਂ ਉਹ ਇਹ ਕਹਿੰਦੀਆਂ ਸਨ ਕਿ ਅਸਾਂ ਇੱਧਰ ਹੀ ਰਹਿਣਾ ਹੈ। ਸਿੱਖ ਸੂਰਵੀਰ ਤ੍ਰੀਮਤਾਂ ਜਿਹੜੀਆਂ ਇੰਜ ਸ਼ਹੀਦ ਹੋ ਗਈਆਂ ਸਨ, ਉਹਨਾਂ ਦਾ ਮੁਕਾਬਲਾ ਕਰੋ ਉਹਨਾਂ ਨਾਲ ਜਿਨ੍ਹਾਂ ਸੈਂਕੜਿਆਂ ਨੂੰ ਮੁਗਲ ਜਰਵਾਣੇ ਫੜ ਕੇ ਗਜਨੀ ਲੈ ਗਏ ਸਨ। ਇਹ ਫਰਕ ਹੈ ਆਦਰਸ਼ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਜਿਹੜਾ ਪੈਦਾ ਕੀਤਾ। ਸ੍ਰੀ ਜਪਜੀ ਸਾਹਿਬ ਦੇ ਵਿੱਚ ਵਰਣਨ ਕੀਤੇ ਹੋਏ ਖੰਡ ਆਤਮਿਕ ਮੰਡਲ ਹਨ। ਵਾਹਿਗੁਰੂ ਸਾਡੇ ਅੰਦਰ ਹੈ, ਬਾਹਰ ਵੀ, ਤੇ ਆਤਮਿਕ ਮੰਡਲ ਸੱਚਖੰਡ ਵਿੱਚ ਵੀ। ਉਸ ਨੂੰ ਆਸਾਨੀ ਦੇ ਨਾਲ ਅਸੀਂ ਆਪਣੇ ਅੰਦਰ ਹੀ ਮਿਲ ਸਕਦੇ ਹਾਂ। ਮਿਲਣਾ ਕੀ ਹੈ? ਉਹ ਤਾਂ ਅੰਦਰ ਹੀ ਹੈ। ਸਿਰਫ ਸਿਮਰਨ ਦੇ ਨਾਲ ਇਹ ਯਾਦ ਰੱਖਣਾ ਹੈ ਕਿ ਉਹ ਅੰਗ ਸੰਗ ਹੈ। ਵਾਹਿਗੁਰੂ ਜਦ ਦੇਖਦਾ ਹੈ ਕਿ ਖਲਕਤ ਦੁਖਦੀ ਹੈ, ਤਾਂ ਕੋਈ ਮਹਾਂਪੁਰਖ ਕਦੇ ਰਾਮ ਕਦੇ ਕ੍ਰਿਸ਼ਨ ਸਮੇਤ ਦੇਣ ਨੂੰ ਭੇਜ ਦਿੰਦਾ ਹੈ।
ਇਹਨਾਂ ਨੂੰ ਵਾਹਿਗੁਰੂ ਦਾ ਸਿੱਖਿਆ ਦੇਣ ਦਾ ਬਿਰਧ ਸਤਿਗੁਰੂ ਨਾਨਕ ਭੇਜਦਾ ਰਿਹਾ। ਕਲਯੁਗ ਦੇ ਵਿੱਚ ਜ਼ਿਆਦਾ ਹਾਲਤ ਖਰਾਬ ਦੇਖ ਕੇ ਆਪ ਆ ਗਿਆ ਤੇ ਸ਼ਬਦ ਰੂਪ ਹੋ ਕੇ ਇੱਥੇ ਹੀ ਟਿਕ ਗਿਆ। ਵਾਹਿਗੁਰੂ ਦੇ ਤਿੰਨ ਬਿਰਧ ਨੇ, ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਸਿੱਖਿਆ ਦੇਣ ਵਾਲਾ। ਸਿੱਖਿਆ ਦੇਣ ਵਾਲਾ ਬਿਰਧ ਆਪ ਗੁਰੂ ਨਾਨਕ ਹੈ। ਜੇ ਅਸੀਂ ਵਕਤ ਦੇ ਵਿਹਲੇ ਹਿੱਸੇ ਨੂੰ, ਵਕਤ ਦੀਆਂ ਵਿਰਲਾਂ ਨੂੰ ਨਾਮ ਜਪ ਕੇ ਸਫਲ ਕਰੀਏ ਤਾਂ ਜੇ ਰਾਤ ਨੂੰ ਸੌਣ ਲੱਗੇ ਜੋੜ ਲਈਏ ਤਾਂ ਕਈ ਘੰਟੇ ਹੋ ਜਾਣਗੇ। ਅਸਾਂ ਇਹਨਾਂ ਵੇਕੈਂਟ ਇੰਟਰਵਲਸ ਆਫ ਟਾਈਮ, ਜਿਹੜੀਆਂ ਸਮੇਂ ਦੀਆਂ ਬਿਰਲਾਂ ਨੇ ਜਦੋਂ ਅਸੀਂ ਕੁਝ ਨਹੀਂ ਕਰਦੇ ਹੁੰਦੇ, ਇਹਨਾਂ ਨੂੰ ਸਵਾਰਨਾ ਹੈ। ਮਰਨ ਦੇ ਬਾਅਦ ਰੂਹ ਨੂੰ ਪਿੱਛੋਂ ਉਸ ਦੇ ਨਿਮਿਤ ਕੀਤਾ ਪਾਠ ਜਾਂ ਕੀਰਤਨ ਸੁਖ ਦਿੰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਹੁਕਮ ਕੀਤਾ ਸੀ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਰਾਮ ਕਲੀ ਸਦ। ਜੇ ਰੂਹ ਦੀ ਜ਼ਿੰਦਗੀ ਪਹਿਲਾਂ ਚੰਗੀ ਸੀ ਤਾਂ ਉਸ ਨੂੰ ਹੋਰ ਅੰਮ੍ਰਿਤ ਮਿਲ ਗਿਆ, ਜੇ ਨਹੀਂ ਵੀ ਸੀ ਤਾਂ ਕੀਰਤਨ ਨੇ ਹੁਣ ਸੁਖ ਦਿੱਤਾ। ਜੇ ਅਸੀਂ ਵਾਹਿਗੁਰੂ ਦਾ ਸਿਮਰਨ 5 ਮਿੰਟ ਵੀ ਰੋਜ਼ ਕਰੀਏ ਤਾਂ ਭਲਾ ਹੈ। 5 ਮਿੰਟ ਦਾ ਵੀ ਪਹਿਲਾਂ ਦਿਲ ਨਹੀਂ ਲੱਗਦਾ। ਪਹਿਲਾਂ ਸਿਮਰਨ ਮੈਲ ਜੋ ਧੋਵੇਗਾ, ਬਾਅਦ ਦੇ ਵਿੱਚ ਤਰੱਕੀ ਹੋਵੇਗੀ। ਤੇ ਕੁਝ ਚਿਰ ਦੱਸਦੇ ਨੇ ਉਹ ਆਪਣਾ ਵਾਕਿਆ ਕਿ ਬੰਬਈ ਦੇ ਵਿੱਚ ਇੱਕ ਬੀਬੀ ਉਹਨਾਂ ਨੂੰ ਮਿਲਣ ਲਈ ਆਈ ਤੇ ਉਸਨੇ ਕਿਹਾ ਕਿ ਮੇਰਾ ਮਨ ਨਹੀਂ ਲੱਗਦਾ। ਤੇ ਅਸਾਂ ਉਹਨਾਂ ਨੂੰ ਕਿਹਾ ਕਿ ਜਿਤਨਾ ਚਿਰ ਵੀ ਕਰ ਸਕਦੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ। ਕੁਝ ਸਮੇਂ ਲੰਘ ਗਿਆ ਤੇ ਉਸ ਨਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਹੋਈ। ਇਸ ਤਰ੍ਹਾਂ ਭਾਈ ਸਾਹਿਬ ਨੇ ਜਿਹੜਾ ਹੈ ਸਮਝਾਇਆ ਹੈ ਸਾਨੂੰ ਕਿ ਕਿਸ ਤਰ੍ਹਾਂ ਇਹ ਜਿਹੜਾ ਕੀਰਤਨ ਕਰਨਾ, ਸੁਣਨਾ ਜਾਂ ਸਿਮਰਨ ਕਰਨਾ ਜਿਹੜਾ ਉਹ ਥੋੜ੍ਹਾ ਵੀ ਜਿਹੜਾ ਹੈ ਸਾਨੂੰ ਫਲਦਾਇਕ ਹੁੰਦਾ ਹੈ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਮਨ ਤੇਰਾ ਲਿਆ ਹੈ ਮੋਲ, ਮਨ ਤੇਰਾ ਲਿਆ ਹੈ ਮੋਲ, ਕੰਚਨ ਸਿਓ ਪਾਇਆ ਨਹੀਂ ਤੋਲ, ਕੰਚਨ ਸਿਓ ਪਾਇਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ। अब मोहि राम अपना कर जानिया, अब मोहि राम अपना कर जानिया, सहज सुभाए मेरा मन मानिया, 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 मन दे राम लिया है मोल, मन दे राम लिया है मोल, कंचन
ब्रह्म में कच कच अंत न पाया। ब्रह्म में कच कच अंत न पाया। राम भगत बैठे कर आया। 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 मन तेरा प्रिया है मोल। मन तेरा प्रिया है मोल। कंचन स्यो पाय नहीं तोल। कंचन स्यो पाय नहीं तोल। मन तेरा प्रिया है मोल। मन तेरा प्रिया है मोल। कहो कबीर चंचल मत त्यागी। कहो कबीर चंचल मत त्यागी। केवल राम भगत निज भागी। 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 मन तेरा प्रिया है मोल। मन तेरा प्रिया है मोल। कंचन स्यो पाय नहीं तोल। कंचन स्यो पाय नहीं तोल। मन तेरा प्रिया है मोल। मन तेरा प्रिया है मोल। मन तेरा प्रिया है मोल। कंचन स्यो पाय नहीं तोल। कंचन स्यो पाय नहीं तोल। मन तेरा प्रिया है मोल। मन तेरा प्रिया है मोल। मन तेरा प्रिया है मोल। ਹਾਂਜੀ ਇਹ ਸਨ ਭਾਈ ਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ। ਤੇ ਆਓ ਚੱਲਦੇ ਹਾਂ ਅੱਗੇ, ਵਿਚਾਰਾਂ ਵਧਾਉਂਦੇ ਹਾਂ। ਅਗਲੀ ਵਿਚਾਰ ਹੈ 7 ਜਨਵਰੀ 1953 ਦੀ। ਹਉਮੈ ਦਾ ਤਿਆਗ ਕਰਕੇ ਅਸੀਂ ਨਫੀ ਨਹੀਂ ਹੋਣਾ। ਅਹੰਕਾਰ ਦੀ ਚੜ੍ਹਾਈ ਤੋਂ ਉਤਰ ਕੇ ਅਸਾਂ ਹੇਠਾਂ ਆਉਣਾ ਹੈ।
ਫਿਰ ਆਤਮ ਦਰਸ਼ਨ ਦੀ ਸਮਾਧੀ ਦੇ ਵਿੱਚ ਚੂਹੇ ਵਾਂਗ ਖੁੱਡ ਵਿੱਚ ਨਹੀਂ ਬੈਠ ਜਾਣਾ। ਇਸ ਨਫੀ ਤੋਂ ਫੇਰ ਚੜ੍ਹਾਈ ਚੜ੍ਹਨਾ ਤੇ ਚੜ੍ਹਦੀ ਕਲਾ ਦੇ ਵਿੱਚ ਪੋਜ਼ਿਟਿਵਿਟੀ ਵਿੱਚ ਜਾਣਾ ਹੈ। ਸਾਡੇ ਵਿੱਚੋਂ ਪਰਉਪਕਾਰ ਦਾ ਆਪ ਮੁਹਾਰਾ ਉਮਾਹ ਫੁੱਟਣਾ ਹੈ। ਜੋ ਕਰਨਾ ਹੈ ਉਹ ਭਲਾ ਕੰਮ ਕਰਨਾ ਹੈ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਸੁਖਮਨੀ ਸਾਹਿਬ। ਅਸਾਂ 3 ਗੱਲਾਂ ਕਰਨੀਆਂ ਨੇ। ਆਚਰਣ ਸ਼ੁੱਧ, ਜਿਸ ਵਿੱਚ ਰਹਿਤ ਵੀ ਆ ਜਾਂਦੀ ਹੈ, ਬਾਣੀ ਸ਼ੁੱਧ ਤੇ ਸਿਮਰਨ। ਵਾਹਿਗੁਰੂ ਦੀ ਭਗਤੀ ਦਾ ਰਸਤਾ ਨਿਰਵਿਘਨ ਮਾਰਗ ਹੈ। ਕਿਉਂ? ਜਦ ਅਸਾਂ ਵਾਹਿਗੁਰੂ ਨੂੰ ਆਪਣੇ ਆਪ ਨੂੰ ਹੀ ਸੌਂਪ ਦਿੱਤਾ ਤਾਂ ਸਾਡੀ ਲਾਜ ਉਸ ਦੇ ਆਪਣੀ ਲਾਜ ਹੈ। ਜਿਵੇਂ ਕਿ ਇਸਤਰੀ ਆਪਣੇ ਮਾਪਿਆਂ ਨੂੰ ਛੱਡ ਕੇ ਪਤੀ ਦੇ ਘਰ ਆ ਜਾਂਦੀ ਹੈ, ਪਤੀ ਨੂੰ ਆਪਾ ਸੌਂਪ ਦਿੰਦੀ ਹੈ, ਫਿਰ ਪਤੀ ਨੂੰ ਉਸ ਦੀ ਲਾਜ ਹੋ ਜਾਂਦੀ ਹੈ। ਆਇਆ ਹਉਮੈ ਤਿਆਗ ਕੇ ਸੁੰਨ ਵਿੱਚ ਨਹੀਂ ਜਾਣਾ। ਚੜ੍ਹਦੀ ਕਲਾ ਵਿੱਚ ਅਸਾਂ ਹਉਮੈ ਤਿਆਗ ਕੇ ਸੁੰਨ ਵਿੱਚ ਨਹੀਂ ਜਾਣਾ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਵਾਹਿਗੁਰੂ ਜੀ ਦਾ ਖਾਲਸਾ ਬਣਨਾ ਹੈ ਤੇ ਵਾਹਿਗੁਰੂ ਜੀ ਦੀ ਫਤਿਹ ਤੇ ਭਰੋਸਾ ਰੱਖਣਾ ਹੈ। ਸਿਮਰਨ ਕਰਦੇ ਕਰਦੇ ਸਾਡਾ ਤਲਹੀਅਲ ਸਬਕੌਂਸ਼ੀਅਸ ਮਾਈਂਡ ਵਾਹਿਗੁਰੂ ਦੇ ਨਾਮ ਦੇ ਨਾਲ ਭਰ ਜਾਂਦਾ ਹੈ। ਫਿਰ ਨਾਮ ਸਿਮਰਨ ਨਿਰਯਤਨ ਹੀ ਟੁਰ ਪੈਂਦਾ ਹੈ। 8 ਜਨਵਰੀ 1953। ਝੂਠ ਬੋਲਣ ਵਾਲੇ ਨੂੰ, ਚਲਾਕੀਆਂ ਕਰਨ ਵਾਲੇ ਨੂੰ ਆਪਣੀ ਅਕਲ ਤੇ ਚਤੁਰਾਈ ਤੇ ਭਰੋਸਾ ਹੁੰਦਾ ਹੈ। ਇਸੇ ਤਰ੍ਹਾਂ ਪਾਠ ਤੇ ਸਿਮਰਨ ਕਰਨ ਵਾਲੇ ਨੂੰ ਵੀ ਮਾਣ ਹੋਣਾ ਚਾਹੀਦਾ ਹੈ। ਇਹ ਮਾਣ ਹੰਕਾਰ ਨਹੀਂ ਹੁੰਦਾ, ਇਹ ਮਾਣ ਸਤਿਗੁਰਾਂ ਦੀ ਪ੍ਰਤੀਤ ਦੇ ਨਾਲ ਆਉਂਦਾ ਹੈ। ਹੰਕਾਰ ਹਉਮੈ ਤੇ ਹੁੰਦਾ ਹੈ। ਪਰ ਜਿਉਂ-ਜਿਉਂ ਆਦਮੀ ਸਿਮਰਨ ਕਰਦਾ ਹੈ, ਉਸ ਨੂੰ ਸਭ ਸੋਝੀ ਆਪੇ ਆਪ ਹੀ ਆਉਂਦੀ ਜਾਂਦੀ ਹੈ ਤੇ ਹੰਕਾਰ ਤੇ ਮਾਣ ਦੇ ਵਿੱਚ ਫਰਕ ਦਾ ਪਤਾ ਲੱਗ ਜਾਂਦਾ ਹੈ। ਸ਼ੁਰੂ ਵਿੱਚ ਇਸ ਤਰ੍ਹਾਂ ਦਾ ਫਰਕ ਗੁਰਮੁਖ ਸਮਝਾ ਦਿੰਦੇ ਨੇ। ਬੰਗਾਲ ਦੇ ਵਿੱਚ ਇੱਕ ਮਸ਼ਹੂਰ ਭਗਤ ਲਾਰਡ ਗੌਰੰਗਾ ਹੋਇਆ ਹੈ। ਉਸ ਦੇ ਗੁਰੂ ਨੇ ਕਿਹਾ ਸੀ, ਤੂੰ 12 ਬਰਸ ਹਰੇ ਕ੍ਰਿਸ਼ਨ ਸਿਮਰਨ ਕਰੀ ਚੱਲ। 12 ਬਰਸਾਂ ਤੋਂ ਬਾਅਦ ਮੈਨੂੰ ਪੁੱਛਣ ਨਾ ਆਈ ਕਿ ਅੱਗੇ ਕੀ ਕਰਨਾ ਹੈ। 12 ਵਰ੍ਹੇ ਦੇ ਬਾਅਦ ਮੈਂ ਆਪ ਹੀ ਆ ਕੇ ਦੇਖ ਲਵਾਂਗਾ ਕਿ ਤੂੰ ਪਹਿਲਾ ਸਬਕ ਪਕਾ ਲਿਆ ਹੈ ਕਿ ਨਹੀਂ। ਨਾਮ ਲਈ ਹੀ ਜਾਣਾ ਹੈ, ਰਸਨਾ ਦੇ ਨਾਲ ਵਾਹਿਗੁਰੂ ਜਪਣਾ ਹੈ। ਇਸ ਤਰ੍ਹਾਂ ਪਹਿਲੇ ਮਨ ਦੀ ਆਪਣੀ ਮੈਲ ਉਤਰਦੀ ਹੈ, ਫਿਰ ਹਿਰਦੇ ਦਾ ਕਮਲ ਖਿੜਦਾ ਹੈ। ਸਤਿਗੁਰੂ ਜੀ ਗੌੜੀ 52 ਅੱਖਰੀ ਵਿੱਚ ਫਰਮਾਉਂਦੇ ਨੇ, ਊਦ ਕਮਲ ਬਿਗ ਸ਼ਾਂਤ, ਤੇ ਸੋਠ ਦੇ ਵਿੱਚ 5ਵੇਂ ਪਾਤਸ਼ਾਹ ਫਰਮਾਉਂਦੇ ਨੇ, ਊਦ ਕਮਲ ਬਿਗ ਸਾਇਆ। ਜਦ ਹਿਰਦੇ ਦਾ ਕਮਲ ਖਿੜਦਾ ਹੈ ਤਾਂ ਫਿਰ ਆਦਮੀ ਹੋਰਨਾਂ ਦੀਆਂ ਮੈਲਾਂ ਧੋਣ ਦੇ ਵੀ ਕਾਬਲ ਹੋ ਜਾਂਦਾ ਹੈ। ਹਿਰਦੇ ਦੇ ਕਮਲ ਦਾ ਖਿੜਨਾ ਕੀ ਹੈ? ਪਹਿਲਾਂ ਸਾਡੀ ਸੁਰਤ ਹੰਕਾਰ ਦੇ ਆਸਰੇ ਹੁੰਦੀ ਹੈ, ਫਿਰ ਨਾਮ ਦੇ ਨਾਲ ਉੱਚੀ ਹੁੰਦੀ ਹੈ। ਸਤਿਗੁਰੂ ਜੀ ਰਾਗ ਆਸਾ ਵਿੱਚ ਫਰਮਾਉਂਦੇ ਨੇ, ਰਾਜ ਲੀਲਾ ਤੇਰੇ ਨਾਮ ਬਣਾਈ। ਜਿਸ ਤਰ੍ਹਾਂ ਧਰਤੀ ਦੇ ਵਿੱਚ ਬੀਜ ਕੇ ਪਾਣੀ ਦੇਈ ਚਲੋ ਤਾਂ ਡਾਲਾਂ, ਪੱਤੇ ਤੇ ਫਿਰ ਫੁੱਲ ਆਪ ਹੀ ਨਿਕਲ ਆਉਂਦੇ ਨੇ। ਇਸੇ ਤਰ੍ਹਾਂ ਨਾਮ ਦੇ ਜਪਣ ਦੇ ਨਾਲ ਕਮਲ ਆਪ ਹੀ ਖਿੜ ਪੈਂਦਾ ਹੈ, ਸੁੱਧ ਦਾ ਪ੍ਰਕਾਸ਼ ਹੋ ਜਾਂਦਾ ਹੈ। ਭਲੇ ਬੁਰੇ ਵਿੱਚ ਵਿਵੇਕ ਕਰਨ ਦੀ ਬੁੱਧੀ ਉਦੈ ਹੋ ਜਾਂਦੀ ਹੈ। ਫਿਰ ਆਦਮੀ ਬੁਰੇ ਕੰਮ ਤੋਂ ਸੰਕੋਚ ਕਰਦਾ ਹੈ। ਨਾਮ ਦੇ ਨਾਲ ਅਸਾਂ ਵਾਹਿਗੁਰੂ ਨੂੰ ਆਪਣੀ ਅਟੈਂਸ਼ਨ ਭਾਵ ਕਿ ਬਿਰਤੀ ਲਗਾਉਣੀ ਹੈ। ਲਿਵ ਫੇਰ ਪੱਕਦੀ ਹੈ, ਉਹ ਅਗਲੀ ਮੰਜ਼ਿਲ ਹੈ। ਨਾਮ ਜਪਣਾ ਮੁਸ਼ਕਲ ਵੀ ਹੈ ਤੇ ਆਸਾਨ ਵੀ। ਨਾਮ ਜਪਣਾ ਆਸਾਨ ਹੋ ਜਾਂਦਾ ਹੈ ਜਦੋਂ ਅਸੀਂ ਨਾਮ ਜਪ ਕੇ ਆਪਣੇ ਵਕਤ ਦੀਆਂ ਵਿਹਲਾਂ ਭਾਵ ਕਿ ਸਪੇਅਰ ਇੰਟਰਵਲਸ ਆਫ ਟਾਈਮ ਨੂੰ ਸਫਲ ਕਰਨਾ ਸਿੱਖ ਲਈਏ। ਜਦ ਆਤਮਾ ਪਰਮਾਤਮਾ ਵਿੱਚ ਮਿਲਦੀ ਹੈ ਤਾਂ ਥਾਟਸ ਐਂਡ ਫੀਲਿੰਗਸ, ਜਿਨ੍ਹਾਂ ਨੂੰ ਵਿਚਾਰ ਤੇ ਅਹਿਸਾਸ ਕਹਿੰਦੇ ਨੇ, ਖੜੇ ਹੋ ਜਾਂਦੇ ਨੇ। ਮਨ ਉੱਥੇ ਨਹੀਂ ਹੁੰਦਾ, ਮਨ ਨੂੰ ਪਿੱਛੋਂ ਸਿਰਫ ਸ਼ੋਅ ਦਾ ਅਹਿਸਾਸ ਰਹਿ ਜਾਂਦਾ ਹੈ।
ਆਮ ਲੋਕ ਜੋ ਵਿਚਾਰ ਸਾਗਰ ਪੜ੍ਹ ਕੇ ਆਪ ਬ੍ਰਹਮ ਬਣ ਜਾਂਦੇ ਨੇ, ਇਹ ਸਿਰਫ ਮਨੋਮਈ ਕੋਸ਼ ਦਾ ਗਿਆਨ ਹੈ, ਯਥਾਰਥ ਨਹੀਂ। ਲੋਕ ਪੁੱਛਦੇ ਨੇ ਸਿਮਰਨ ਦੀ ਕੀ ਜੁਗਤੀ ਹੈ, ਕੀ ਤਰੀਕਾ ਹੈ। ਇੱਕ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਹੈ, ਉਹ ਦੋਨੋਂ ਘਰੋਂ ਨਿਕਲ ਤੁਰਦੇ ਨੇ, ਤੇ ਇਹਦੇ ਵਿੱਚ ਕੀ ਜੁਗਤੀ ਹੋਈ, ਕੀ ਤਰੀਕਾ ਹੋਇਆ? ਵਾਹਿਗੁਰੂ ਜੀ ਦੇ ਨਾਲ ਪਿਆਰ ਪਾਉਣਾ ਹੈ। ਜਦ ਪਿਆਰਾ ਪਾਸ ਹੋਵੇ ਤਾਂ ਉਸ ਦੇ ਦੀਦਾਰ ਕਰੀਦੇ ਨੇ। ਜਦ ਉਸ ਤੋਂ ਬਿਅਤ ਹੋਵੇ ਤਾਂ ਉਸ ਨੂੰ ਯਾਦ ਕਰੀਦਾ ਹੈ। ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ, ਇਸ ਵਾਸਤੇ ਉਸ ਨੂੰ ਯਾਦ ਕਰਨਾ ਹੈ। ਯਾਦ ਨਾਲ ਹਜ਼ੂਰੀ ਦੇ ਵਿੱਚ ਰਹਿਣਾ ਹੈ। ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਇਹੀ ਬਿਰਤੀ ਪਕਾਉਣੀ ਹੈ। ਪਹਿਲਾਂ ਅਸਾਂ ਵਾਹਿਗੁਰੂ ਨੂੰ ਯਾਦ ਕਰਨਾ ਹੈ, ਫਿਰ ਸਾਨੂੰ ਪਤਾ ਲੱਗੇਗਾ ਕਿ ਉਹ ਤਾਂ ਬਾਹਰ ਖੜਾ ਸਾਡੇ ਕਵਾੜ ਖੜਕਾ ਕੇ ਸਾਨੂੰ ਹਾਕਾਂ ਮਾਰਿਆ ਸੀ। ਸਮੁੰਦਰ ਦੇ ਵਿੱਚ ਕੋਰਲ, ਜਿਹਨੂੰ ਕਿ ਮੂੰਗਾ ਕਹਿੰਦੇ ਨੇ, ਇੱਕ ਕੀੜਾ ਹੁੰਦਾ ਹੈ। ਸਮੁੰਦਰ ਦੇ ਵਿੱਚ ਹੌਲੀ ਹੌਲੀ ਕੋਰਲ ਆਈਲੈਂਡ ਮੂੰਗੇ ਦੇ ਟਾਪੂ ਬਣਾ ਲੈਂਦਾ ਹੈ, ਛੋਟਾ ਜਿਹਾ ਕੀੜਾ। ਇਸੇ ਤਰ੍ਹਾਂ ਨਾਮ ਬੜਾ ਕੌਤਕਹਾਰ ਹੈ। ਇਸ ਦੀ ਕੀਮਤ ਤਾਂ ਮਰਨ ਤੇ ਹੀ ਪਤਾ ਲੱਗਦਾ ਹੈ। ਸਿਮਰਨ ਦੇ ਵਿੱਚ ਕੰਟੀਨਿਊਟੀ, ਲਗਾਤਾਰਤਾ ਦੀ ਜ਼ਰੂਰਤ ਹੈ, ਇੰਟੈਂਸਿਟੀ ਜ਼ਿਆਦਤੀ ਦੀ ਨਹੀਂ। ਨਾਮ ਦਾ ਸਿਮਰਨ ਪਹਿਲਾਂ ਸਾਧਨ ਰੂਪ ਹੈ, ਫਿਰ ਇਹ ਸਿੱਧੀ ਰੂਪ ਹੋ ਜਾਂਦਾ ਹੈ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅਗਲੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਸਾਜੇ ਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਆਨ ਰਸਾ ਜੇ ਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਵਾਦ। ਹਰ ਰਸ ਕਾ ਤੂੰ ਚਾਖੇ ਸਾਧ,
रस का तू चाखे साध, चाखत होए रहे बिस्वाद, चाखत होए रहे बिस्वाद। एह रस राती होए तृप्तारी, एह रस राती होए तृप्तारी। अमृत रस ना पियो प्यारी, 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 अमृत रस ना पियो प्यारी। हे जिहवे तू राम गुण गाओ, निमख निमख हर 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 ध्याओ। हे जिहवे तू राम गुण गाओ, निमख निमख हर 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 ध्याओ। आन न सुनिए कतहु जाइए, साध संगत बड़ भागी पाइए। आन न सुनिए कतहु जाइए, आन न सुनिए कतहु जाइए, साध संगत बड़ भागी पाइए, साध संगत बड़ भागी पाइए। एह रस राती होए तृप्तारी, एह रस राती होए तृप्तारी। अमृत रस ना पियो प्यारी, 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 अमृत रस ना पियो प्यारी। आठ पहर जिहवे आराध, पार ब्रह्म ठाकुर आगार। आठ पहर जिहवे आराध, पार ब्रह्म ठाकुर आगार। इहा उहा सदा सुहेली, हर गुण गावत रसन अमोली। इहा उहा सदा सुहेली, इहा उहा सदा सुहेली, हर गुण गावत रसन अमोली, हर गुण गावत रसन अमोली। एह रस राती होए तृप्तारी, एह रस राती होए तृप्तारी।
रस राती बहुर न छोड़े। बनस्पत मौली फल फूल पेटे, यह रस राती बहुर न छोड़े। आन न रस कस लवै न लाई, कहो नानक गुर भय है सहाय। आन न रस कस लवै न लाई, आन न रस कस लवै न लाई, कहो नानक गुर भय है सहाय। कहो नानक गुर भय है सहाय। एह रस राती होए तृप्तारी, एह रस राती होए तृप्तारी। अमृत रस ना पियो प्यारी, अमृत रस ना पियो प्यारी। अमृत रस ना पियो प्यारी, अमृत रस ना पियो प्यारी, अमृत रस ना पियो प्यारी। ਹਾਂਜੀ, ਇਹ ਸਨ ਭਾਈ ਸਰਬਜੀਤ ਸਿੰਘ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਅਗਲੀਆਂ ਵਿਚਾਰਾਂ ਵੱਲ, ਜਿਹੜੀਆਂ ਕਿ ਨੂੰ ਦੱਸਿਆ ਗਿਆ ਕਿ 9 ਜਨਵਰੀ 1953 ਦੀਆਂ ਨੇ। ਭਾਈ ਸਾਹਿਬ ਨੇ ਦੱਸਿਆ ਕਿ ਸਿਮਰਨ ਫੋਕਾ ਸਾਧਨ ਨਹੀਂ, ਇਹ ਪ੍ਰੀਤ ਦੀ ਰੀਤ ਹੈ। ਬਿਸਰਤ ਨਾਹੀਂ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਪ੍ਰਬਲ ਭਈ। ਕੇਦਾਰਾ ਮਹੱਲਾ 5ਵਾਂ। ਮਨ ਤੇ ਹਰੀ ਅਬ ਬਿਸਰਤ ਨਹੀਂ, ਇਹ ਪ੍ਰੀਤ ਪ੍ਰਬਲ ਬਣ ਗਈ ਹੈ। ਸਿਮਰਨ ਰਸਨਾ ਦੇ ਨਾਲ ਕਰਨਾ ਹੈ, ਇਹ ਫੇਰ ਆਪੇ ਹੀ ਹੇਠਾਂ ਹਿਰਦੇ ਦੇ ਵਿੱਚ ਲੈ ਜਾਂਦਾ ਹੈ। ਜਿਵੇਂ ਕਿ ਰੋਟੀ ਮੂੰਹ ਦੇ ਨਾਲ ਖਾਈਦੀ ਹੈ ਤੇ ਚਿੱਥੀਏ ਤੇ ਗਲੇ ਤੋਂ ਹੇਠਾਂ ਲੈ ਜਾਂਦੀ ਹੈ, ਇਸੇ ਤਰ੍ਹਾਂ ਨਾਮ ਜਪਿਆ ਹੋਇਆ ਨਾਮ ਤਲਹੀਅਲ ਦੇ ਵਿੱਚ ਸਬ ਕੌਨਸ਼ੀਅਸਨੈਸ ਦੇ ਵਿੱਚ ਆਪੇ ਹੀ ਜਾ ਵਸਦਾ ਹੈ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। 12 ਤੋਂ ਵਧੇਕ। ਸ਼ਲੋਕ ਮਹੱਲਾ 5ਵਾਂ। ਵਾਹਿਗੁਰੂ ਦਾ ਨਾਮ ਜਪਣਾ ਮੁਸ਼ਕਲ ਵੀ ਹੈ ਤੇ ਆਸਾਨ ਵੀ। ਪਹਿਲੇ ਆਦਮੀ ਨੂੰ ਮੁਸ਼ਕਲ ਲੱਗਦਾ ਹੈ, ਸਹਿਜੇ ਫਿਰ ਜਪਣਾ ਆਸਾਨ ਹੋ ਜਾਂਦਾ ਹੈ। ਗੁਰਮੁਖ ਦੀ ਸੰਗਤ ਇਸ ਨੂੰ ਹੋਰ ਆਸਾਨ ਕਰ ਦਿੰਦੀ ਹੈ। ਸੂਰਜ ਨੂੰ ਦੇਖਣਾ ਮੁਸ਼ਕਲ ਹੈ, ਕੁਝ ਸੈਕਿੰਡ ਹੀ ਦੇਖਿਆ ਜਾ ਸਕਦਾ ਹੈ, ਉਹ ਵੀ ਕਾਲੇ ਸ਼ੀਸ਼ੇ ਦੇ ਵਿੱਚੋਂ। ਨਹੀਂ ਤਾਂ ਅੱਖਾਂ ਖਰਾਬ ਹੋ ਜਾਂਦੀਆਂ ਹਨ। ਪਰ ਜੇ ਕਟੋਰੇ ਦੇ ਵਿੱਚ ਪਾਣੀ ਪਾ ਦੇਵੋ, ਧੁੱਪ ਦੇ ਵਿੱਚ ਰੱਖ ਦੇਵੋ, ਹੁਣ ਪਾਣੀ ਦੇ ਵਿੱਚੋਂ ਸੂਰਜ ਦਿਸ ਪੈਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੂੰ ਨਾਮ ਦੇ ਕਟੋਰੇ ਦੇ ਵਿੱਚੋਂ ਦੇਖੋਗੇ ਤਾਂ ਦਿਸ ਪੈਂਦਾ ਹੈ। ਨਾਮ ਦਾ ਲੜ ਫੜ ਕੇ ਛੱਡੋ ਨਾ ਤਾਂ ਕਾਮਯਾਬੀ ਹੈ। ਵਾਹਿਗੁਰੂ ਸਾਡੇ ਅੰਦਰ ਹੈ। ਜਿਹੜੀ ਚੀਜ਼ ਕੋਲ ਹੋਵੇ ਉਸ ਦਾ ਮਿਲਣਾ ਕੀ ਮੁਸ਼ਕਲ ਹੈ। ਵਾਹਿਗੁਰੂ ਮਿਲਣ ਦਾ ਰਸਤਾ ਤਾਂ ਆਸਾਨ ਸੀ, ਫਕੀਰਾਂ ਤੇ ਅਖੌਤੀ ਸੰਤਾਂ ਨੇ ਆਪਣੇ ਲਾਭ ਦੀ ਖਾਤਰ ਮੁਸ਼ਕਲ ਬਣਾ ਛੱਡਿਆ ਹੈ। ਵਾਹਿਗੁਰੂ ਜੀ ਨੇ ਜੋ ਸਾਡੇ ਜੀਵਨ ਦੇ ਵਾਸਤੇ ਜ਼ਰੂਰੀ ਚੀਜ਼ ਹੈ, ਉਹ ਸਸਤੀ ਤੇ ਆਸਾਨੀ ਨਾਲ ਮਿਲਣ ਵਾਲੀ ਕਰ ਦਿੱਤੀ ਹੈ। ਦੇਖੋ, ਘਿਓ ਦੀ ਜ਼ਰੂਰਤ ਘੱਟ ਹੈ, ਇਸ ਬਗੈਰ ਗੁਜ਼ਾਰਾ ਹੋ ਸਕਦਾ ਹੈ। ਇਹ ਮਹਿੰਗਾ ਹੈ। ਕਣਕ ਇਸ ਤੋਂ ਸਸਤੀ ਹੈ। ਪਾਣੀ ਦੀ ਹਰ ਇੱਕ ਨੂੰ ਲੋੜ ਹੈ, ਉਹ ਮੁਫਤ ਹੀ ਮਿਲ ਜਾਂਦਾ ਹੈ। ਹਵਾ ਇਹਨਾਂ ਸਭਾਂ ਨਾਲੋਂ ਜ਼ਰੂਰੀ ਹੈ। ਉਸ ਵਾਸਤੇ ਵਾਹਿਗੁਰੂ ਨੇ ਅੰਦਰ ਹੀ ਸੁਤੇ ਸਿੱਧ ਇੰਤਜ਼ਾਮ ਕਰ ਛੱਡਿਆ ਹੈ। ਵਾਹਿਗੁਰੂ ਜੋ ਸਭ ਦਾ ਕਾਰਨ ਹੈ,
ਉਸ ਦੇ ਬਗੈਰ ਤਾਂ ਜੀਵਨ ਹੋ ਹੀ ਨਹੀਂ ਸਕਦਾ। ਇਸ ਵਾਸਤੇ ਉਸ ਦਾ ਮਿਲਣਾ ਸਭ ਤੋਂ ਆਸਾਨ ਹੋਣਾ ਚਾਹੀਦਾ ਹੈ ਤੇ ਇਹ ਹੈ ਵੀ ਠੀਕ। ਵਾਹਿਗੁਰੂ ਹਰ ਥਾਂ ਹੈ। ਉਹ ਸਾਡੇ ਮਨ, ਤਨ ਤੇ ਪ੍ਰਾਣਾਂ ਵਿੱਚ ਰਬ ਰਿਹਾ ਹੈ। ਅਸੀਂ ਸਿਰਫ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਸਾਡੇ ਸਰੀਰ ਦੇ ਅੰਦਰ ਹਰ ਵਕਤ ਸਾਡੇ ਉਹ ਨਾਲ ਹੈ, ਸਭ ਕੁਝ ਦੇਖਦਾ ਹੈ ਤੇ ਸਭ ਕੁਝ ਸੁਣਦਾ ਵੀ ਹੈ। ਇਹ ਗੱਲ ਅਸੀਂ ਸਿਰਫ ਯਾਦ ਰੱਖਣੀ ਹੈ। ਜਿਵੇਂ ਘਰ ਵਿੱਚ ਰੁਪਈਏ ਹੋਣ ਪਰ ਅਸੀਂ ਭੁੱਲ ਜਾਈਏ ਤੇ ਲੈਣੇ ਵਾਲਾ ਜਿਹਨੂੰ ਅਸੀਂ ਦੇਣੇ ਹਨ ਉਹਨੂੰ ਨਾ ਦੇ ਸਕੀਏ ਤਾਂ ਸਾਰੇ ਸ਼ਹਿਰ ਦੇ ਵਿੱਚ ਸਾਡੀ ਸਾਖ ਅਸੀਂ ਸਾਖ ਗਵਾ ਬੈਠਦੇ ਹਾਂ। ਜੇ ਯਾਦ ਆ ਜਾਏ ਤਾਂ ਸਾਖ ਰਹਿ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਪ ਕੇ ਅਸਾਂ ਉਸ ਦੀ ਪ੍ਰੈਜੈਂਸ ਜਾਂ ਹਜ਼ੂਰੀ ਦੀ ਪ੍ਰਤੀਤੀ ਪਕਾਉਣੀ ਹੈ। ਜੇ ਹਰ ਵੇਲੇ ਯਾਦ ਰਹੇ ਕਿ ਵਾਹਿਗੁਰੂ ਹੈ ਤੇ ਸਾਡੇ ਅੰਗ ਸੰਗ ਹੈ, ਉਹ ਸਾਡਾ ਪਿਤਾ ਹੈ, ਸਾਨੂੰ ਪਿਆਰ ਕਰਦਾ ਹੈ, ਅਸੀਂ ਉਸ ਦੀ ਅੰਸ਼ ਜਿਉਂ ਹੋਏ। ਸਤਿਗੁਰੂ ਨੂੰ ਮੱਥਾ ਟੇਕ ਕੇ ਸਾਡੀ ਸ਼ਰਧਾ ਨੂੰ ਹੀ ਫਲ ਲੱਗਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਹਰ ਵੇਲੇ ਮੱਥਾ ਟੇਕ ਸਕਦੇ ਹੋ। ਇਵੇਂ ਕਰੋਗੇ ਤਾਂ ਜੀਵਨ ਸਫਲ ਹੋਏਗਾ। ਨਾਮ ਸਾਡਾ ਰਾਖਾ ਹੈ। ਮੈਨੂੰ ਭਰੋਸਾ ਹੈ ਕਿ ਜੇ ਕਿਸੇ ਵੇਲੇ ਕਿਸੇ ਬਕਾਰ ਵਾਲੇ ਮੇਰਾ ਮਨ ਚਲਾ ਹੀ ਜਾਵੇ ਤਾਂ ਮੇਰਾ ਨਾਮ ਮੈਨੂੰ ਉਸ ਬਕਾਰ ਤੋਂ ਬਚਾ ਲਵੇਗਾ। ਫਕੀਰਾਂ ਦੇ ਬਸ ਤਾਂ ਇੱਕ ਅਰਦਾਸ ਹੀ ਹੁੰਦੀ ਹੈ, ਤੈਨੂੰ ਰੱਬ ਦੇ ਭਲੇ ਦੁਆ ਫਕੀਰਾਂ ਦੀ ਇਹ, ਮਾਫ ਕਰਨਾ, ਤੈਨੂੰ ਰੱਬ ਨਾ ਭੁੱਲੇ ਦੁਆ ਫਕੀਰਾਂ ਦੀ ਇਹ, ਗੁਰੂ ਅੰਗ ਸੰਗ ਨਾਮ ਦਾ ਰੰਗ। ਅਗਲਾ ਵਾਕਿਆ 17 ਮਾਰਚ 1953। ਉਦਮ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਹੈ। ਇਸ ਨਾਮ ਦੀ ਪ੍ਰਾਪਤੀ ਮਿਹਰ ਦੇ ਨਾਲ ਹੁੰਦੀ ਹੈ। ਨਾਮ ਜਦ ਮਿਲ ਜਾਏ ਤਾਂ ਆਪਣੇ ਜਪਣੇ ਦੇ ਨਾਲ ਹੀ ਕੰਮ ਬਣੇਗਾ। ਜਦ ਆਪ ਜਪੇਗਾ ਤਦ ਹੀ ਜਪਾਏਗਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਬਾਰ ਗੌੜੀ ਮਹੱਲਾ ਚੌਥਾ। ਧੂੜ ਮੰਗੈ ਦਾ ਅਰਥ ਹੈ ਕਿ ਗੁਰੂ ਜੀ ਹੁਕਮ ਦਿੰਦੇ ਹਨ ਜਪਾਉਣ ਵਾਸਤੇ। ਇੱਕ ਪ੍ਰਾਂਤ ਦਾ ਗਵਰਨਰ ਸਫੈਦ ਪੋਸ਼ਾਂ ਨੂੰ ਕਿਸੇ ਸਮਾਗਮ ਤੇ ਆਉਣ ਵਾਸਤੇ ਬੇਨਤੀ ਕਰਦਾ ਹੈ। ਉਹ ਦਰਅਸਲ ਸਰਕਾਰ ਦਾ ਹੁਕਮ ਹੁੰਦਾ ਹੈ, ਬੇਨਤੀ ਨਹੀਂ ਹੁੰਦੀ। ਨਾਮ ਸ਼ਕਤੀ ਹੈ। ਨਾਮ ਜਪਣ ਵਾਲੀ ਤੀਵੀਂ ਵੱਲੇ ਜੇ ਕੋਈ ਬੁਰਾ ਆਦਮੀ ਬੁਰੀ ਨਜ਼ਰ ਨਾਲ ਵੇਖਦਾ ਹੈ ਤਾਂ ਉਸ ਦੇ ਮੂੰਹ ਤੇ ਚਪੇੜਾਂ ਪੈਂਦੀਆਂ ਨੇ। ਉਹ ਮਾਰ ਪੈਂਦੀ ਮਹਿਸੂਸ ਕਰੇਗਾ। ਨਾਮ ਪਹਿਲੇ ਸਵਾਸਾਂ ਵਿੱਚ ਰਚ ਜਾਏਗਾ ਤੇ ਹਰ ਪਾਸੇ ਨਾਮ ਹੀ ਨਜ਼ਰ ਆਏਗਾ। ਨਾਮ ਅਭਿਆਸੀ ਜੇ ਚੰਨ ਵੱਲ ਵੇਖੇਗਾ ਤਾਂ ਉਸ ਦੀ ਸੁੰਦਰਤਾ ਵਿੱਚ ਉਸ ਦਾ ਕਰਤਾ ਵੇਖੇਗਾ, ਉਹ ਭਾਵ ਕਿ ਪਰਮਾਤਮਾ। ਜੋ ਲੱਗਾ ਰਹੇਗਾ ਉਹ ਪਾ ਲਵੇਗਾ। ਗੁਰਮੁਖ ਆਪਣੀ ਦ੍ਰਿਸ਼ਟੀ ਦੇ ਨਾਲ ਅਧਿਕਾਰੀ ਦੀ ਪਰੇਸ਼ਾਨੀ ਤੇ ਨਜ਼ਰ ਜਮਾ ਉਸ ਵਿੱਚ ਨਾਮ ਦੀ ਲਹਿਰ ਚਲਾ ਦਿੰਦਾ ਹੈ। ਫਿਰ ਉਸ ਸਤਸੰਗੀ ਦੇ ਮਨ ਦੇ ਵਿੱਚ ਕੋਈ ਸਵਾਲ ਨਹੀਂ ਉੱਠਦਾ। ਅਸੀਂ ਪੱਥਰ ਨਹੀਂ ਹਾਂ, ਪਿਆਰਿਆਂ ਵਾਸਤੇ ਬੈਰਾਗ ਵਿੱਚ ਹੰਝੂ ਕੇਰਦੇ ਹਾਂ, ਪਰ ਇਹ ਪਿਆਰ ਹੰਝੂ ਵਾਹਿਗੁਰੂ ਦੇ ਅਰਪਣ ਕਰ ਦੇਣੇ ਹਨ। ਅਸਾਂ ਰੋਣਾ ਸਿਰਫ ਤਾਂ ਹੈ ਜਦ ਕਦੇ ਵਾਹਿਗੁਰੂ ਦੇ ਨਾਲ ਵਿਛੋੜਾ ਪਵੇ। ਨਾਮ ਜਪਣ ਵਾਸਤੇ ਉਦਮ ਦੀ ਲੋੜ ਹੈ। ਨਾਮ ਆਪ ਹੀ ਜਪਣਾ ਪੈਂਦਾ ਹੈ। ਜਿਹੜਾ ਰੋਟੀ ਖਾਏਗਾ ਉਹ ਰੱਜੇਗਾ। ਤੀਵੀਂ ਦੀ ਖਾਧੀ ਹੋਈ ਰੋਟੀ ਪਤੀ ਨੂੰ ਤਾਕਤ ਨਹੀਂ ਦਿੰਦੀ, ਭਾਵੇਂ ਦੋਹਾਂ ਦੇ ਵਿੱਚ ਪਿਆਰ ਕਿੰਨਾ ਵੀ ਕਿਉਂ ਨਾ ਹੋਵੇ। ਅਗਲਾ ਅਵਿਨਾਸੀ 18 ਮਾਰਚ 1953। ਅਵਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ। ਟੋਡੀ ਮਹੱਲਾ ਪਹਿਲਾ। ਸਦਾ ਸਿਮਰ ਨਾਰਾਇਣ, ਇਸ ਦੇ ਨਾਲ ਵਾਹਿਗੁਰੂ ਨਾਲ ਜਿਹੜਾ ਅਵਿਨਾਸ਼ੀ ਹੈ ਪਿਆਰ ਪੈ ਜਾਏਗਾ ਤੇ ਅਵਿਨਾਸ਼ੀ ਸੁੱਖ ਮਿਲੇਗਾ। ਜੇ ਬਿਨਸਨਹਾਰ ਦੇ ਨਾਲ ਜਿਹੜਾ ਕਿ ਬਿਨਸ ਜਾਂਦਾ ਹੈ ਪਿਆਰ ਹੈ ਤਾਂ ਜਦੋਂ ਉਹ ਬਿਨਸੇਗਾ ਦੁੱਖ ਹੋਏਗਾ। ਸਿਮਰਨ ਤੋਂ ਮਗਰੋਂ ਭਾਣਾ ਮਿੱਠਾ ਲੱਗੇ ਦੀ ਮੰਜ਼ਿਲ ਹੈ। ਏਕਾ ਟੇਕ ਮੇਰੇ ਮਨ ਚੀਤ, ਜਿਸ
किछ करना सो हमरा मीत रहाओ। इस तो पहला क्या है, मीत करे सोई हम माना, मीत के करतब कुशल समाना। गौड़ी महला पंजवा। ਵਾਹਿਗੁਰੂ ਨਾਲ ਪ੍ਰੇਮ ਪ੍ਰਾਇਮਰੀ ਹੈ। ਬਹੁਤੀ ਬੱਚਿਆਂ ਨਾਲ ਵੀ ਪ੍ਰੇਮ ਕਰਨਾ ਹੈ, ਉਹ ਪ੍ਰੇਮ ਗਾਉਣ ਹੈ। ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਇੱਕ ਛਿਨ ਆਵੇਗੀ, ਜਿਸ ਬਾਬਤ ਕਿਹਾ ਹੈ, ਏਕ ਚਿਤ ਜਾਂ ਇੱਕ ਛਿਨ ਤੇ ਆਇਓ, ਕਾਲ ਫਾਂਸ ਕੇ बीच ਨਾ ਆਇਓ। ਅਕਾਲ ਉਸਤਤ। ਜੇ ਇਹ ਛਿਨ ਵਿੱਚ ਪੁੱਜ ਗਿਆ ਤਾਂ ਮੁਕਤ ਹੋ ਗਿਆ, ਜੇ ਰਹਿ ਗਿਆ ਤਾਂ ਸਿਮਰਨ ਛੱਡ ਨਹੀਂ ਦੇਣਾ, ਸਿਮਰਨ ਨੂੰ ਫੜੀ ਰੱਖਣਾ ਹੈ। ਇਹ ਛਿਨ ਉਸ ਉੱਤੇ ਆਉਂਦੀ ਹੈ ਜੋ ਹਰ ਛਿਨ ਸਿਮਰਨ ਦੇ ਵਿੱਚ ਰਹਿਣ ਲੱਗ ਪੈਂਦਾ ਹੈ। 19 ਮਾਰਚ 1953। ਵਾਹਿਗੁਰੂ ਦਾ ਸਿਮਰਨ ਮੁੱਖ ਹੈ। ਤੁਸੀਂ ਜਿਹੜੇ ਸਿਮਰਨ ਦੇ ਵਿੱਚ ਲੱਗੇ ਹੋ, ਲੱਗੇ ਰਹੋ। ਕਰਮਾਂ ਦੇ ਗੇੜ ਕਰਕੇ ਜਦ ਕੋਈ ਭਾਣਾ ਵਰਤੇ ਜਾਂ ਵਿਛੋੜਾ ਵਾਪਰੇ ਤਾਂ ਵਾਹਿਗੁਰੂ ਨਾਲੋਂ ਨਾ ਟੁੱਟੋ, ਵਾਹਿਗੁਰੂ ਦੇ ਨਾਲ ਬਣੀ ਰਹੇ। ਸਤਿਗੁਰੂ ਜੀ ਤੋਂ ਇਹੀ ਮੰਗੋ। ਸਿਮਰਨ ਦੇ ਨਾਲ ਭਾਣਾ ਮੰਨਣਾ ਹੈ। ਇਸ ਦੀਆਂ 4 ਸਟੇਜਾਂ ਹਨ। ਦੁੱਖ ਜਾਂ ਵਿਛੋੜੇ ਆਏ ਨੂੰ ਕਰਮਾਂ ਦਾ ਗੇੜ ਸਮਝਣਾ, ਜਿਵੇਂ ਕਿ ਰਾਗ ਧਨਾਸਰੀ ਦੇ ਵਿੱਚ ਭਗਤ ਤਰਲੋਚਨ ਜੀ ਫਰਮਾਉਂਦੇ ਨੇ, ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਤੇ ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਸੁਖਮਨੀ ਸਾਹਿਬ। ਲਾਚਾਰ ਹੋ ਕੇ ਭਾਣਾ ਮੰਨਣਾ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਗੌੜੀ ਮਹੱਲਾ ਪੰਜਵਾ। ਵਾਹਿਗੁਰੂ ਨੂੰ ਮਿੱਤਰ ਸਮਝਣਾ ਹੈ। ਮੀਤ ਜੋ ਕਰਦਾ ਹੈ ਭਲਾ ਹੀ ਕਰਦਾ ਹੈ। ਜੋ ਸਾਨੂੰ ਦੁੱਖ ਰੂਪ ਵਾਪਰਦਾ ਹੈ ਸੋ ਸਾਡੇ ਭਲੇ ਵਾਸਤੇ ਹੋ ਸਕਦਾ ਹੈ। ਤਾਂ ਜੋ ਸਾਨੂੰ ਚੰਗਾ ਲੱਗਦਾ ਹੈ ਉਹ ਦੁੱਖ ਰੂਪ ਵੀ ਹੋ ਸਕਦਾ ਹੈ। ਕਿਉਂ? ਇਹ ਉਹ ਜਾਣੇ। ਸਾਨੂੰ ਤਾਂ ਜੋ ਮੀਤ ਕਰੇ ਸਦਾ ਭਲਾ ਲੱਗੇ। ਜੋ ਕਿਛ ਕਰੇ ਸੋ ਮਨ ਮੇਰੇ ਮੀਠਾ। ਰਾਮ ਕਲੀ ਮਹੱਲਾ ਪੰਜਵਾ। ਵਾਹਿਗੁਰੂ ਦਾ ਭਾਣਾ ਮਿੱਠਾ ਲੱਗੇ, ਹੁਕਮ ਮੰਨਣ ਵਿੱਚ ਸੁਖ ਤੇ ਖੁਸ਼ੀ ਹੋਵੇ। ਇਹ ਸੀ ਕੁਝ ਕੁ ਵਿਚਾਰਾਂ ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਸੰਗਤ ਚੱਲ ਕੇ ਆਈ ਗੋਬਿੰਦ ਘਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਘਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਸੰਗਤ ਚੱਲ ਕੇ ਆਈ ਗੋਬਿੰਦ ਘਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਘਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਮਨ ਵਿੱਚ ਜੋ ਮੁਰਾਦਾਂ ਤਾਰੇ, ਮਨ ਵਿੱਚ ਜੋ ਮੁਰਾਦਾਂ ਤਾਰੇ, ਪੂਰੀਆਂ ਕਰਦੇ ਬਖਸ਼ਣ ਹਾਰੇ, ਪੂਰੀਆਂ ਕਰਦੇ ਬਖਸ਼ਣ ਹਾਰੇ। ਮਨ ਵਿੱਚ ਜੋ ਮੁਰਾਦਾਂ ਤਾਰੇ, ਪੂਰੀਆਂ ਕਰਦੇ ਬਖਸ਼ਣ ਹਾਰੇ। ਬਖਸ਼ੇ ਗੁਰ ਵਡਿਆਈ ਗੋਬਿੰਦ ਘਾਟ ਉਤੇ, ਬਖਸ਼ੇ ਗੁਰ ਵਡਿਆਈ ਗੋਬਿੰਦ ਘਾਟ ਉਤੇ। ਸੰਗਤ ਚੱਲ ਕੇ ਆਈ ਗੋਬਿੰਦ ਘਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਸਿਮਰੋ ਗੋਬਿੰਦ ਕਲਗੀਆਂ ਵਾਲਾ ਗੋਬਿੰਦ, ਸਿਮਰੋ ਗੋਬਿੰਦ ਬਾਜਾ ਵਾਲਾ ਗੋਬਿੰਦ।
ਬਾਣੀ ਪੜਦੀ ਜਾਵੇ, ਸੰਗਤ ਬਾਣੀ ਪੜ੍ਹਦੀ ਜਾਵੇ, ਨਾਮ ਦੀ ਰੰਗਤ ਚੜਦੀ ਜਾਵੇ, ਨਾਮ ਦੀ ਰੰਗਤ ਚੜ੍ਹਦੀ ਜਾਵੇ, ਸੰਗਤ ਬਾਣੀ ਪੜਦੀ ਜਾਵੇ, ਨਾਮ ਦੀ ਰੰਗਤ ਚੜਦੀ ਜਾਵੇ। ਵਿਸਰੇ ਤਾਤ ਪੁਰਾਈ ਗੋਬਿੰਦ ਕਾਟ ਉਤੇ, ਵਿਸਰੇ ਤਾਤ ਪੁਰਾਈ ਗੋਬਿੰਦ ਕਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਦੋ ਨਦੀਆਂ ਦਾ ਸੰਗਮ ਪਿਆਰਾ, ਨਦੀਆਂ ਦਾ ਸੰਗਮ ਪਿਆਰਾ, ਫੁੱਲਾਂ ਕਾਟੀ ਦਵੇ ਨਜ਼ਾਰਾ। ਕਾਟੀ ਦਵੇ ਨਜ਼ਾਰਾ, ਦੋ ਨਦੀਆਂ ਦਾ ਸੰਗਮ ਪਿਆਰਾ, ਫੁੱਲਾਂ ਕਾਟੀ ਦਵੇ ਨਜ਼ਾਰਾ। ਬੈਠੋ ਬਿਰਤੀਆਂ ਲਾਈ ਗੋਬਿੰਦ ਕਾਟ ਉਤੇ, ਬੈਠੋ ਬਿਰਤੀਆਂ ਲਾਈ ਗੋਬਿੰਦ ਕਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਸਿਮਰੋ ਗੋਬਿੰਦ ਕਲਗੀਆਂ ਵਾਲਾ ਗੋਬਿੰਦ, ਸਿਮਰੋ ਗੋਬਿੰਦ ਬਾਜਾ ਵਾਲਾ ਗੋਬਿੰਦ। ਸਿਮਰੋ ਗੋਬਿੰਦ ਕਲਗੀਆਂ ਵਾਲਾ ਗੋਬਿੰਦ। ਹਰ ਜਨ ਹਿਰਦੇ ਤਪਦੇ ਸਾਰੇ, ਜਨ ਹਿਰਦੇ ਤਪਦੇ ਸਾਰੇ, ਗੋਬਿੰਦ ਗੋਬਿੰਦ ਜਪਦੇ ਸਾਰੇ। ਗੋਬਿੰਦ ਗੋਬਿੰਦ ਜਪਦੇ ਸਾਰੇ, ਹਰ ਜਨ ਹਿਰਦੇ ਤਪਦੇ ਸਾਰੇ, ਗੋਬਿੰਦ ਗੋਬਿੰਦ ਜਪਦੇ ਸਾਰੇ। ਚੜਦੇ ਜਾਣ ਚੜਾਈ ਗੋਬਿੰਦ ਕਾਟ ਉਤੇ, ਚੜਦੇ ਜਾਣ ਚੜਾਈ ਗੋਬਿੰਦ ਕਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਲਾਹਾ ਲੈਣ ਪ੍ਰਾਣੀ ਆਇਆ, ਆਹਾ ਲੈਣ ਪ੍ਰਾਣੀ ਆਇਆ, ਜਿਨ ਖੋਜਿਆ ਤਿਨ ਹੀ ਪ੍ਰਭ ਪਾਇਆ। ਜਿਨ ਖੋਜਿਆ ਤਿਨ ਹੀ ਪ੍ਰਭ ਪਾਇਆ। ਲਾਹਾ ਲੈਣ ਪ੍ਰਾਣੀ ਆਇਆ, ਜਿਨ ਖੋਜਿਆ ਤਿਨ ਹੀ ਪ੍ਰਭ ਪਾਇਆ। ਵਸਦੀ ਆਪ ਖੁਦਾਈ ਗੋਬਿੰਦ ਕਾਟ ਉਤੇ, ਵਸਦੀ ਆਪ ਖੁਦਾਈ ਗੋਬਿੰਦ ਕਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਸਿਮਰੋ ਗੋਬਿੰਦ ਕਲਗੀਆਂ ਵਾਲਾ ਗੋਬਿੰਦ, ਸਿਮਰੋ ਗੋਬਿੰਦ ਬਾਜਾ ਵਾਲਾ ਗੋਬਿੰਦ। ਸਿਮਰੋ ਗੋਬਿੰਦ ਕਲਗੀਆਂ ਵਾਲਾ ਗੋਬਿੰਦ। ਓੜਪੁਰੀ ਹਰਵਿੰਦਰ ਵਰਗੇ ਪੂਰੀ ਹਰਵਿੰਦਰ ਵਰਗੇ ਤਰ ਗਏ ਇਥੋਂ ਲੱਖਾਂ ਤਰ ਗਏ। ਗਏ ਇਥੋਂ ਲੱਖਾਂ ਕਰ ਗਏ। ਓੜਪੁਰੀ ਹਰਵਿੰਦਰ ਵਰਗੇ ਤਰ ਗਏ ਇਥੋਂ ਲੱਖਾਂ ਤਰ ਗਏ। ਜੋ ਆਏ ਸ਼ਰਣਾਈ ਗੋਬਿੰਦ ਕਾਟ ਉਤੇ, ਜੋ ਆਏ ਸ਼ਰਣਾਈ ਗੋਬਿੰਦ ਕਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ। ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ, ਸੰਗਤ ਚੱਲ ਕੇ ਆਈ ਗੋਬਿੰਦ ਕਾਟ ਉਤੇ। ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ ਉਤੇ, ਗੋਬਿੰਦ ਆਪ ਸਹਾਈ ਗੋਬਿੰਦ ਘਾਟ
ਹਾਂਜੀ, ਇਹ ਆਵਾਜ਼ ਸੀ ਸੁਰਿੰਦਰ ਲਾਡੀ ਤੇ ਉਹਨਾਂ ਦੇ ਸਾਥੀਆਂ ਦੀ। ਤੇ ਇਸੇ ਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ ਤੇ ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਤੇ ਪ੍ਰੋਗਰਾਮ ਕਰਦੇ ਹਾਂ ਅਨੇਕਾਂ ਕਿਸਮ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। माटी को पुतरा कैसे नचत है, माटी को पुतरा कैसे नचत है, माटी को पुतरा कैसे नचत है। देख देख सुने बोले, देख देख सुने बोले, दौड़ो फिरत है कैसे नचत है, माटी को पुतरा कैसे नचत है, माटी को पुतरा कैसे नचत है। जब किछ पावै तब गर्व करत है, जब किछ पावै तब गर्व करत है, माया गई तब रोन लगत है, माया कैसे नचत है, माटी को पुतरा कैसे नचत है, माटी को पुतरा कैसे नचत है। मन बाच कर्म रस कसे लुभाना, मन बाच कर्म रस कसे लुभाना, बिनस गया जाए कहूँ समाना, बिनस गया जाए कहूँ समाना, दौड़ो फिरत है कैसे नचत है, माटी को पुतरा कैसे नचत है, माटी को पुतरा कैसे नचत है। देख देख सुने बोले, देख देख सुने बोले, दौड़ो फिरत है कैसे नचत है, माटी को पुतरा कैसे नचत है, माटी को पुतरा कैसे नचत है।
कह रविदास बाजी जग पाई, कह रविदास बाजी जग पाई। बाजीगर सो मोहे प्रीत बन आई, बाजीगर सो मोहे प्रीत बन आई। दौड़ियो फिरत है कैसे नचत है, माटी को उतरा कैसे नचत है, माटी को उतरा कैसे नचत है। देख देख सुने बोले, देख देख सुने बोले। दौड़ियो फिरत है कैसे नचत है, माटी को उतरा कैसे नचत है, माटी को उतरा कैसे नचत है, माटी को उतरा कैसे नचत है। दौड़ियो फिरत है कैसे नचत है।